ਅਡੋਲ ਮਾਈਂਡ ਤੋਂ ਸਾਡੇ ਵੀਰ ਸੁਰਨਜੀਤ ਸਿੰਘ ਜੀ ਹਾਂਜੀ, ਉਸ ਬੋਲੋ। ਗਹਿਰਾਈ ਦੇ ਵਿੱਚੋਂ ਸਾਇੰਟਿਫਿਕ ਪੱਖ ਦੇ ਨਾਲ ਹਾਂਜੀ। ਸਾਨੂੰ ਸਾਰਾ ਕੁਝ ਦੱਸ ਰਹੇ ਹਨ। ਉਹਦੇ ਵਿੱਚ ਦੀ ਫੰਡਾਮੈਂਟਲ ਜਿਹੜੀ ਬਾਣੀ ਦਾ ਜਿਹੜਾ ਸੁਰਲੇਖ ਦੇ ਨਾਲ ਜਿਹੜਾ ਸੈਂਟਰਲ ਥੀਮ ਹੈ ਉਹਨੂੰ ਸਮਝਣ ਦੀ ਬਹੁਤ ਹੀ ਜ਼ਰੂਰਤ ਹੈਗੀ ਏ। ਉਹ ਜਿੰਨੀ ਵਾਰੀ ਅਸੀਂ ਸਮਝਦੇ ਹਾਂ ਉਨੀ ਵਾਰੀ ਸਾਨੂੰ ਫਿਰ ਬੇਸਮਝੀ ਆ ਜਾਂਦੀ ਹੈਗੀ ਏ। ਉਹ ਹੈਗਾ ਕਿਵ ਸਚਿਆਰਾ ਹੋਈਏ, ਕਿਵ ਕੂੜਾ ਟੁੱਟੈ ਭਾਲ। ਸੋ ਉਸ ਡੈਫੀਨੇਸ਼ਨ ਦੇ ਵਿੱਚੋਂ ਗਹਿਰਾਈ ਦੇ ਵਿੱਚੋਂ ਕਿਸ ਤਰ੍ਹਾਂ ਇਹ ਜਿਹੜੀ ਇਲੂਸਿਵ ਵਰਲਡ ਦੇ ਵਿੱਚ ਦੀਵਾਰ ਭਰਮ ਭੁਲੇਖੇ ਦੀ, ਰਿਚੁਅਲਿਟੀ ਦੀ, ਫੈਨੇਟਿਜ਼ਮ ਦੀ ਜਾਂ ਕਿਸੇ ਕਿਸਮ ਦੇ ਵੀ ਜਿਹੜੇ ਅਸੀਂ ਦੇਖਦੇ ਹਾਂ ਆਸ-ਪਾਸ ਜੋ ਚੀਜ਼ਾਂ ਹੋ ਰਹੀਆਂ ਹਨ, ਉਹ ਦੀਵਾਰ ਬਹੁਤ ਅੱਜ-ਕੱਲ੍ਹ ਜਿਸਨੂੰ ਅਸੀਂ ਕਹਿੰਦੇ ਪਹਿਲੇ ਮਿੱਟੀ ਦੀ ਦੀਵਾਰ ਹੁੰਦੀ ਸੀ, ਹੁਣ ਉਹ ਪੱਕੀ ਕੰਕਰੀਟ ਤੋਂ ਵੀ ਪੱਕੀ ਹੋਈ ਜਾ ਰਹੀ ਹੈ। ਔਰ ਸਾਡੇ ਮਨ ਦਾ ਜਿਹੜਾ ਦਰਵਾਜ਼ਾ ਹੈ ਉਹ ਨਹੀਂ ਖੁੱਲ ਪਾ ਰਿਹਾ। ਆਓ ਰਲ ਮਿਲ ਕੇ ਦੇਖੀ ਕਿਸ ਤਰੀਕੇ ਦੇ ਨਾਲ ਅਸੀਂ ਸੋ ਧਰ ਤੇਰਾ ਕਿਹਾ ਸੋ ਘਰ ਕਿਹਾ, ਉਸ ਘਰ ਦੇ ਵਿੱਚ, ਉਸ ਦਰ ਦੇ ਵਿੱਚ ਯਤਨਸ਼ੀਲ ਹੋਈਏ ਕਿਸ ਤਰ੍ਹਾਂ ਅਸੀਂ ਆਪਣੇ 9 ਦਰਵਾਜ਼ਿਆਂ ਰਾਹੀਂ 10ਵੇਂ ਦੁਆਰ ਦੇ ਵਿੱਚ ਅਸੀਂ ਐਂਟਰ ਕਰ ਪਾਈਏ। 9 ਦਰਵਾਜ਼ੇ 10ਵਾਂ ਦੁਆਰ, ਉਸ ਦੁਆਰ ਦੇ ਵਿੱਚ ਕੂੜ ਦੀ ਦੀਵਾਰ ਤੋੜ ਕੇ ਭਰਮ ਭੁਲੇਖੇ ਵਿੱਚੋਂ ਨਿਕਲ ਕੇ ਔਰ ਅਸੀਂ ਹੁਕਮ ਰਜ਼ਾ ਦੇ ਵਿੱਚ ਚੱਲ ਕੇ ਕਿਵ ਕੂੜਾ ਟੁੱਟੈ ਪਾਲ, ਉਹਦੇ ਵਿੱਚ ਸਾਨੂੰ ਅੱਜ ਸਾਡੇ ਵੀਰ ਸੁਰਨਜੀਤ ਸਿੰਘ ਜੀ ਅਡੋਲ ਮਾਈਂਡਸ ਵਾਲੇ ਸਾਨੂੰ ਅੱਗੇ ਲੈ ਕੇ ਜਾਣਗੇ। ਓਵਰ ਟੂ ਯੂ ਐਂਡ ਵੈਲਕਮ ਸਾਡੇ ਵੀਰ ਸੁਰਨਜੀਤ ਸਿੰਘ ਜੀ, ਜੋ ਤੁਸੀਂ ਇੰਨਾ ਟਾਈਮ ਔਰ ਇੰਨਾ ਅਧਿਐਨ ਕਰਕੇ ਸੰਗਤ ਦੇ ਨਾਲ ਸਾਂਝ ਕਰਦੇ ਹੈਗੇ ਹੋ। ਵੈਲਕਮ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਜ਼ਿਆਦਾ ਟਾਈਮ ਨਹੀਂ ਲੈਂਦੇ ਹੋਏ ਸਿੱਧੇ ਹੀ ਟੌਪਿਕ ਤੇ ਆਂਦਾ। ਅਸੀਂ ਸ਼ੁਰੂਆਤ ਕੀਤੀ ਸੀ ਸਭ ਨਾਲ ਪਹਿਲੇ ਕਿ ਮਾਨਸ ਜਨਮ ਦੁਰਲਭ ਹੈ, ਕਿ ਮਾਨਸ ਜਨਮ ਕਿਤਨਾ ਕੁ ਦੁਰਲਭ ਹੈ। ਅਸੀਂ ਉਹਨੂੰ ਸਾਇੰਟਿਫਿਕ ਪੱਖ ਨਾਲ ਵੀ ਦੇਖਿਆ ਔਰ ਗੁਰਬਾਣੀ ਦੇ ਹਿਸਾਬ ਨਾਲ ਵੀ ਅਸੀਂ ਜੋ ਸਮਝ ਸੀ ਉਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਸਾਨੂੰ ਸੇਧ ਦੇ ਰਹੇ ਹਨ ਕਿ ਮਨੁੱਖਾ ਜੀਵਨ ਬਹੁਤ ਜ਼ਿਆਦਾ ਦੁਰਲਭ ਹੈ। ਉਹ ਸੀ ਸਾਡਾ ਮੋਡਿਊਲ 1। ਫਿਰ ਮੋਡਿਊਲ 2 ਅਸੀਂ ਲਾਸਟ ਵੀਕ ਸਟਾਰਟ ਕੀਤਾ ਕਿ ਕੂੜਾ ਟੁੱਟੇ ਪਾਲ। ਇਹਦੇ ਵਿੱਚ ਅਸੀਂ ਕੁਐਸਚਨਸ ਲਏ ਸੀ ਫੇਥ ਔਰ ਫਿਲਾਸਫੀ ਨਾਲ ਰਿਲੇਟਿਡ, ਔਰ ਲਾਸਟ ਵੀਕ ਅਸੀਂ ਕੰਪਲੀਟ ਕਰ ਲਏ ਸੀ 3 ਕੁਐਸਚਨ। ਉਹ ਸੀ ਇਜ਼ ਇਟ ਅ ਕ੍ਰਾਈਮ ਟੂ ਡਾਊਟ, ਕਿ ਇਹ ਕੋਈ ਕ੍ਰਾਈਮ ਹੈ ਕਿ ਅਸੀਂ ਕਿਸੇ ਚੀਜ਼ ਤੇ ਡਾਊਟ ਕਰੀਏ ਜਾਂ ਸਵਾਲ ਪੁੱਛੀਏ। ਔਰ ਦੂਸਰਾ ਜੋ ਸਾਡਾ ਕੁਐਸਚਨ ਸੀ ਇਜ਼ ਦੇयर ਅ ਗॉड, ਕਿ ਪਰਮਾਤਮਾ ਹੈ ਜਾਂ ਨਹੀਂ ਹੈ, ਉਹਦੇ ਬਾਰੇ ਅੱਜ ਦੇ ਕੀ ਵਿਚਾਰ ਹਨ, ਫਿਲੋਸਫੀਕਲ ਵਿਊਜ਼ ਕੀ ਹਨ, ਸਾਇੰਟਿਫਿਕ ਵਿਊ ਵੀ ਈਵਨ ਕੀ ਹਨ, ਉਹ ਸਾਰੇ ਅਸੀਂ ਇਕੱਠੇ ਕਰਕੇ ਔਰ ਗੁਰਬਾਣੀ ਦੇ ਵਿਊਜ਼ ਨੂੰ ਸਾਂਝ ਕਰਕੇ ਇੱਕ ਤਰ੍ਹਾਂ ਨਾਲ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਪਰਮਾਤਮਾ ਹੈ ਜਾਂ ਨਹੀਂ ਹੈ, ਉਸ ਦੇ ਬਾਰੇ ਓਵਰਆਲ ਕੀ ਵਿਊ ਪੁਆਇੰਟ ਬਣਦਾ ਹੈ। ਔਰ ਇੱਕ ਕੁਐਸਚਨ ਹੋਰ ਲਿਆ ਸੀ ਕਿ ਹੂ ਕ੍ਰੀਏਟਿਡ ਗॉड। ਔਰ ਇਸੀ ਸੀਰੀਜ਼ ਦੇ ਵਿੱਚ ਕਰੀਬ 1 ਦਰਜਨ ਕੁਐਸਚਨ ਹੈ, 12 ਕੁਐਸਚਨ। ਅਸੀਂ ਕੋਸ਼ਿਸ਼ ਕਰਕੇ ਬਾਕੀ ਦੇ 9 ਕੁਐਸਚਨ ਅੱਜ ਲਵਾਂਗੇ। ਸੋ ਆਈ ਐਮ ਨੋਟ ਗੋਇੰਗ ਥਰੂ ਦਾ ਲਿਸਟ, ਕਿਉਂਕਿ ਇਹ ਕੁਐਸਚਨ ਰਿਪੀਟ ਹੋਏਗਾ ਥੋੜੀ ਦੇਰ ਬਾਅਦ ਔਰ ਇਹ ਲਿਖੇ ਹੋਏ ਆਣਗੇ, ਇਸ ਕਰਕੇ ਇੱਥੇ ਨਹੀਂ ਅਸੀਂ ਇਹਨੂੰ ਪੜ੍ਹ ਰਹੇ। ਬਟ ਅੱਜ ਅਸੀਂ 9 ਕੁਐਸਚਨ ਕਵਰ ਕਰਨ ਜਾ ਰਹੇ ਹਾਂ। ਤੇ ਇੱਕ ਕੁਐਸਚਨ ਨੇ ਜਦੋਂ ਅਸੀਂ ਰੱਬ ਦੇ ਮੌਜੂਦ ਹੋਣ ਤੇ ਰੱਬ ਦੀ ਹੋਂਦ ਦੇ ਬਾਰੇ ਇਤਨਾ ਡਿਸਕਸ ਕਰ ਲਿਆ, ਤੇ ਇੱਕ ਨੈਚੁਰਲ ਜਿਹਾ ਫਸਟ ਕੁਐਸਚਨ ਮਾਈਂਡ 'ਚ ਆਉਂਦਾ ਕਿ ਇਫ ਗॉड ਐਗਜ਼ਿਸਟਸ ਵਾਈ ਸ਼ੁਡ ਵੀ ਟਰਾਈ ਟੂ ਕਨੈਕਟ ਵਿਦ ਹਿਮ। ਚਲੋ ਮੰਨ ਲਿਆ ਪਰਮਾਤਮਾ ਹੈ, ਇੱਕ ਸ਼ਕਤੀ ਹੈ ਜੋ ਸਭ ਕੁਝ ਚਲਾ ਰਹੀ ਹੈ, ਪੂਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ, ਕਈ ਸਾਰੇ ਖੰਡ ਬ੍ਰਹਮੰਡ, ਕਈ ਸਾਰੇ ਯੂਨੀਵਰਸਿਸ ਚੱਲ ਰਹੇ ਹਨ, ਉਹ ਸਭ ਠੀਕ ਹੈ। ਤੇ ਜੇ ਰੱਬ ਮੌਜੂਦ ਹੈ ਤਾਂ ਸਾਨੂੰ ਉਸ ਨਾਲ ਜੁੜਨ ਦੀ ਕੀ ਲੋੜ ਹੈ? ਮਤਲਬ ਇਹ ਜਦ ਤੱਕ ਸਾਨੂੰ ਕਲੈਰਿਟੀ ਨਹੀਂ ਹੋਏਗੀ ਤੇ ਅਸੀਂ ਇਸ ਬਾਤ ਤੇ ਵੀ ਕਿਉਂ ਕਦਮ ਰੱਖਾਂਗੇ? ਧਰਮ ਨਾਲ ਜੁੜਨ ਦੀ ਵੀ ਕੀ ਲੋੜ ਹੈ? ਪਹਿਲਾਂ ਇੱਕ ਤਰ੍ਹਾਂ ਦਾ ਇੱਕ ਇਹੀ ਕੁਐਸਚਨ ਹੋ ਜਾਂਦਾ ਹੈ ਕਿ ਸਾਨੂੰ ਰੱਬ ਨਾਲ ਜੁੜਨ ਦੀ ਕੀ ਜ਼ਰੂਰਤ ਹੈ। ਓਕੇ, ਤੇ ਅਸੀਂ ਇਸ ਕੁਐਸਚਨ ਦਾ ਜਾਣਨ ਲਈ, ਮਤਲਬ ਜੋ ਆਮ ਤੌਰ ਤੇ ਬੱਚੇ ਕਹਿੰਦੇ ਆ ਜਾਂ ਜੋ ਦੁਨੀਆ 'ਚ ਇੱਕ ਵਿਚਾਰ ਹੈ ਕਿ ਇੰਨੀ ਜ਼ਿਆਦਾ ਭੁੱਖਮਰੀ ਹੈ, ਗਰੀਬੀ ਹੈ, ਬਿਮਾਰੀਆਂ ਹਨ, ਅਸੀਂ ਉਹਨਾਂ ਵੱਲ ਲੱਗੀਏ, ਉਹਨਾਂ ਦੀ ਲਈ ਕੋਈ ਸੋਲੂਸ਼ਨ ਢੂੰਢੀਏ,
ਔਰ ਸਾਰਾ ਟਾਈਮ ਉਧਰ ਲਗਾਈਏ, ਅਸੀਂ ਉਹਨੂੰ ਛੋੜ ਕੇ ਅਸੀਂ ਕਹੀਏ ਅਸੀਂ ਰੱਬ ਨੂੰ ਯਾਦ ਕਰਦੇ ਰਹੀਏ, ਤੇ ਉਹੀ ਸਾਡੇ ਕੋਲ ਟਾਈਮ ਅਵੇਲੇਬਲ ਹੈ, ਜਾਂ ਤੇ ਅਸੀਂ ਉਸ ਪਾਸੇ ਲੱਗ ਜਾਈਏ ਜਾਂ ਰੱਬ ਵੱਲ ਲੱਗ ਜਾਈਏ। ਤੇ ਉਹਦੀ ਕੀ ਜ਼ਰੂਰਤ ਹੈ? ਅਸੀਂ ਕਿਉਂ ਨਾ ਸਿੱਧੇ ਹੀ ਜੋ ਦੁਨੀਆ ਦੀਆਂ ਅੱਜ ਦੀਆਂ ਪ੍ਰੋਬਲਮਸ ਹੈ ਅਸੀਂ ਉਹਨਾਂ ਨੂੰ ਡੀਲ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਸੋ ਇਹਦੇ ਬਾਰੇ ਸਾਡੇ 3 ਡਿਫਰੈਂਟ ਵਿਊਜ਼ ਹੈ ਜਿਨ੍ਹਾਂ ਨੂੰ ਅਸੀਂ ਕੰਬਾਈਨ ਕਰਕੇ ਦੇਖਾਂਗੇ ਕਿ ਪਰਮਾਤਮਾ ਨਾਲ ਜੁੜਨ ਦੀ ਕੀ ਜ਼ਰੂਰਤ ਹੈ ਸਾਨੂੰ। ਇੱਕ ਤੇ ਵਿਊ ਹੈ ਕਿ ਜੋ ਹਿਊਮਨ ਲਾਈਫ ਹੈ, ਜੋ ਮਨੁੱਖ ਨੇ, ਉਹ ਬਾਕੀ ਸਾਰੇ ਜੀਵਾਂ ਦੇ ਨਾਲ ਵੱਖਰੇ ਨੇ। ਔਰ ਅਗਰ ਸਾਡੀ ਇਹ ਜਿਗਿਆਸਾ ਹੈ ਕਿ ਅਸੀਂ ਸੱਚ ਤੱਕ ਪਹੁੰਚਣਾ ਹੈ, ਅਸੀਂ ਇਸ ਸਾਰੀ ਗੇਮ ਨੂੰ ਸਮਝਣਾ ਹੈ, ਅਸੀਂ ਉਸ ਪਰਮਾਤਮਾ ਨਾਲ ਬਿਨਾਂ ਕਨੈਕਟ ਹੋਏ ਅਸੀਂ ਕਿਸ ਤਰ੍ਹਾਂ ਉਸ ਗੇਮ ਦੇ ਕੋਈ ਨਾ ਕੋਈ ਅਸੀਂ ਜ਼ਰੀਆ ਹੋਣਾ ਚਾਹੀਦਾ ਜਿੱਥੇ ਅਸੀਂ ਪਰਮਾਤਮਾ ਨਾਲ ਕਨੈਕਟ ਹੋਵਾਂਗੇ, ਤਾਂ ਹੀ ਅਸੀਂ ਉਸ ਟਰੁੱਥ ਨੂੰ ਵੀ ਜਾਣ ਸਕਾਂਗੇ। ਕਿਉਂਕਿ ਅਸੀਂ ਪਿਛਲੇ ਮੋਡਿਊਲ ਵਿੱਚ ਡਿਸਕਸ ਕੀਤਾ ਸੀ ਕਿ ਪਰਮਾਤਮਾ ਹੀ ਕਿ ਅਲਟੀਮੇਟ ਸੱਚਾਈ ਹੈ, ਜਿਹਨੇ ਹਮੇਸ਼ਾ ਰਹਿਣਾ ਹੈ, ਜੋ ਹਮੇਸ਼ਾ ਤੁਸੀਂ ਔਰ ਹਮੇਸ਼ਾ ਹੀ ਰਹੇਗੀ। ਤੇ ਬਿਨਾਂ ਉਸ ਸੱਚਾਈ ਨੂੰ ਜਾਣੇ ਅਸੀਂ ਉਸ ਅਲਟੀਮੇਟ ਸੱਚਾਈ ਤੱਕ ਵੀ ਨਹੀਂ ਪਹੁੰਚ ਸਕਦੇ। ਸੋ ਇੱਕ ਬਹੁਤ ਜ਼ਰੂਰੀ ਚੀਜ਼ ਹੈ ਕਿ ਹਿਊਮਨ ਲਾਈਫ ਇਜ਼ ਡਿਫਰੈਂਟ ਦੈਨ ਰੈਸਟ ਆਫ ਦ ਕ੍ਰੀਚਰਸ। ਸੋ ਹਾਊ ਡੂ ਵੀ ਸੈਟਿਸਫਾਈ ਅਵਰ ਕਿਉਰੋਸਿਟੀ ਆਫ ਰੀਚਿੰਗ ਟਰੁੱਥ। ਜਦੋਂ ਅਸੀਂ ਉਸ ਤੋਂ ਪਰੇ ਰਵਾਂਗੇ ਤੇ ਸਾਡੀ ਜੋ ਕਿਉਰੋਸਿਟੀ ਅਸੀਂ ਉਸ ਤੱਕ ਪਹੁੰਚਣਾ ਹੈ, ਉਹ ਸਵਾਲ ਵੀ ਆਪਣੇ ਆਪ ਹੀ ਗਿਰ ਜਾਏਗਾ। ਇਹਦਾ ਮਤਲਬ ਉਹਦੀ ਕੋਈ ਰੈਲੇਵੈਂਸ ਨਹੀਂ ਰਹਿ ਜਾਏਗੀ। ਪਰ ਅਗਰ ਅਸੀਂ ਸੱਚਾਈ ਤੱਕ ਪਹੁੰਚਣਾ ਤੇ ਸਾਨੂੰ ਪਰਮਾਤਮਾ ਨਾਲ ਜੁੜਨਾ ਹੀ ਪਏਗਾ। ਔਰ ਜੋ ਦੂਸਰਾ ਵਿਚਾਰ ਹੈ ਕਿ ਅਸੀਂ ਅੱਜ ਇੱਕ ਗੇਮ ਦੇ ਵਿੱਚ ਆ, ਇਹ ਗੇਮ ਅਸੀਂ ਸ਼ੁਰੂ ਨਹੀਂ ਕੀਤੀ। One day suddenly we found that we are in the game and this game has been started by somebody else. ਅਸੀਂ ਧਰਤੀ ਤੇ ਆ ਚੁੱਕੇ ਹਾਂ, ਸਾਡਾ ਜੀਵਨ ਸ਼ੁਰੂ ਹੋ ਚੁੱਕਾ ਹੈ। ਇਹ ਤੇ ਨਹੀਂ ਸਾਨੂੰ ਕਿਸੇ ਨੇ ਪੁੱਛਿਆ ਸੀ ਵੀ ਤੁਸੀਂ ਬਣਨਾ ਮਨੁੱਖ ਜਾਂ ਨਹੀਂ ਬਣਨਾ, ਸਾਨੂੰ ਕੋਈ ਬੈਕਗਰਾਉਂਡ ਦਾ ਵੀ ਆਈਡੀਆ ਨਹੀਂ ਹੈ। ਪਰ ਇੱਕ ਗੇਮ ਚੱਲੀ ਆ ਰਹੀ ਹੈ, ਅਸੀਂ ਉਸ ਗੇਮ ਦੇ ਵਿੱਚ ਆ ਚੁੱਕੇ ਹਾਂ। ਐਂਡ ਵੰਸ ਵੀ ਆਰ ਇਨਸਾਈਡ ਦਾ ਗੇਮ, ਤੇ ਸਾਨੂੰ ਉਸ ਗੇਮ ਦੇ ਨਿਯਮ ਵੀ ਪਤਾ ਹੋਣੇ ਚਾਹੀਦੇ ਆ ਜਿਹੜੀ ਗੇਮ ਖੇਡੀ ਜਾ ਰਹੀ ਹੈ। ਤੇ ਜਦ ਤੱਕ ਅਸੀਂ ਪਰਮਾਤਮਾ ਨਾਲ ਕਨੈਕਟ ਨਹੀਂ ਹੋਵਾਂਗੇ, ਜਿਸ ਨੇ ਗੇਮ ਸ਼ੁਰੂ ਕੀਤੀ ਸੀ ਉਹਨੇ ਕੀ ਨਿਯਮ ਬਣਾਏ ਆ ਠੀਕ ਗੇਮ ਖੇਡਣ ਦੇ, ਤੇ ਅਸੀਂ ਉਹ ਨਿਯਮ ਵੀ ਨਹੀਂ ਜਾਣ ਸਕਦੇ। ਇਸ ਕਰਕੇ ਸਾਨੂੰ ਪਰਮਾਤਮਾ ਨਾਲ ਕਨੈਕਟ ਹੋ ਕੇ ਕਿਤੇ ਨਾ ਕਿਤੇ ਸਾਡੀ ਅੰਦਰ ਦੀ ਯਾਤਰਾ ਹੈ, ਉਹ ਅਸੀਂ ਜਾ ਕੇ ਇਹ ਪਤਾ ਲਗਾਉਣਾ ਕਿ ਪਰਮਾਤਮਾ ਨੇ ਕੀ ਨਿਯਮ ਬਣਾਏ ਸੀ ਜਿਹਦੇ ਵਿਚਕਾਰ ਕਿ ਸਾਨੂੰ ਇਸ ਗੇਮ ਨੂੰ ਠੀਕ ਤਰ੍ਹਾਂ ਖੇਡ ਪਾਈਏ। ਉਹ ਗੇਮ ਤੇ ਸ਼ੁਰੂ ਹੋ ਚੁੱਕੀ, ਅਸੀਂ ਦੁਨੀਆ 'ਚ ਆ ਚੁੱਕੇ ਹਾਂ, ਉਹ ਅਸੀਂ ਨਕਾਰ ਨਹੀਂ ਸਕਦੇ। ਨਾਓ ਵੀ ਆਰ ਪਾਰਟ ਆਫ ਦਾ ਗੇਮ। ਔਰ ਜੋ ਤੀਸਰਾ ਰੀਜ਼ਨ ਹੈ ਕਿ ਅਸੀਂ ਜਿਵੇਂ ਕਹਿੰਦੇ ਹਾਂ ਅਸੀਂ ਦੁਨੀਆ 'ਚ ਇੰਨੀ ਭੁੱਖਮਰੀ ਪ੍ਰੋਬਲਮ ਸਭ ਕੁਝ ਹੈ, ਤੇ ਹਰ ਇੱਕ ਚੀਜ਼ ਦੇ ਪਿੱਛੇ ਦਾ ਜੋ ਕਾਰਨ ਜਾਂ ਸਰੋਤ ਹੈ, ਉਹ ਜੋ ਸਾਡੀਆਂ ਸਾਰੀਆਂ ਮੁਸ਼ਕਿਲਾਂ ਵੀ ਨੇ, ਉਹਦੀ ਜੋ ਬੈਕਗਰਾਉਂਡ ਹੈ ਉਹ ਤੇ ਪਰਮਾਤਮਾ ਹੀ ਹੈ। ਚਾਹੇ ਉਹ ਅੱਛਾ ਹੋ ਰਿਹਾ, ਮਾੜਾ ਹੋ ਰਿਹਾ, ਚੰਗਾ ਹੋ ਰਿਹਾ, ਬੁਰਾ ਹੋ ਰਿਹਾ, ਜੋ ਹੋ ਰਿਹਾ, ਸਾਡੇ ਕੋਲ ਤਾਂ ਕੋਈ ਦੂਸਰਾ ਸੋਰਸ ਹੀ ਨਹੀਂ ਹੈ। ਸਾਡੇ ਕੋਲ ਸਿਰਫ ਤੇ ਸਿਰਫ ਇੱਕ ਸੋਰਸ ਹੈ। ਜੋ ਵੀ ਹੋ ਰਿਹਾ, ਜੇ ਸਾਨੂੰ ਮੁਸ਼ਕਿਲਾਂ ਵੀ ਆ ਰਹੀਆਂ ਤੇ ਜੇ ਸਾਨੂੰ ਮੁਸ਼ਕਿਲਾਂ ਦਾ ਹੱਲ ਲੱਭਣਾ ਹੈ ਤੇ ਸਾਨੂੰ ਪਿੱਛੇ ਜਾ ਕੇ ਪਰਮਾਤਮਾ ਦੇ ਨਾਲ ਜੁੜ ਕੇ ਹੀ ਉਹਨਾਂ ਪ੍ਰੋਬਲਮਸ ਦਾ ਸੋਲੂਸ਼ਨ ਵੀ ਕੱਢਣਾ ਪਏਗਾ। ਅਦਰਵਾਈਜ਼ ਉਹ ਪ੍ਰੋਬਲਮ ਦਾ ਸੋਲੂਸ਼ਨ ਬੜਾ ਟੈਂਪਰੇਰੀ ਹੋਏਗਾ। ਅਗਰ ਅਸੀਂ ਪ੍ਰੋਬਲਮ ਦਾ ਸਹੀ ਮਾਇਨੇ ਸੋਲੂਸ਼ਨ ਚਾਹੁੰਦੇ ਹਾਂ ਤੇ ਸਾਨੂੰ ਪਰਮਾਤਮਾ ਦੇ ਨਾਲ ਕਨੈਕਟ ਹੋਣਾ ਹੀ ਪਏਗਾ, ਕਿਉਂਕਿ ਸਾਨੂੰ ਆਨਸਰ ਵੀ ਉੱਥੋਂ ਹੀ ਮਿਲਨੇ ਆ। ਸੋ ਇਹ 3 ਮੇਨ ਕਾਰਨ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਸਾਨੂੰ ਪਰਮਾਤਮਾ ਨਾਲ ਕਨੈਕਟ ਹੋਣ ਦੀ ਜ਼ਰੂਰਤ ਹੈ। ਇਸ ਲਈ ਜਦੋਂ ਅਸੀਂ ਰੱਬ ਨਾਲ ਜੁੜਦੇ ਹਾਂ ਤੇ ਇੱਕ ਸੰਪੂਰਨ ਜੋ ਸਾਡੀ ਇੱਕ ਤਰ੍ਹਾਂ ਦੀ ਪੂਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਪਹੁੰਚ ਹੈ, ਉਹ ਮਨੁੱਖੀ ਜੀਵਨ ਦੇ ਹਰ ਪਹਿਲੂ ਦਾ ਖਿਆਲ ਰੱਖਦੀ ਹੈ। ਅਗਰ ਅਸੀਂ ਮਨੁੱਖੀ ਜੀਵਨ ਦੇ ਕੁਝ ਪਹਿਲੂਆਂ ਨੂੰ ਇਗਨੋਰ ਕਰ ਦਿਆਂਗੇ ਤੇ ਫਿਰ ਉਹ ਸਾਡਾ ਇਨਕੰਪਲੀਟ ਜੀ ਇੱਕ ਲਾਈਫ ਹੋਏਗੀ। ਤੇ ਇਸ ਕਰਕੇ ਅਗਰ ਅਸੀਂ ਕੰਪਲੀਟ ਲਾਈਫ ਜੀਣਾ ਚਾਹੁੰਦੇ ਹਾਂ ਤੇ ਸਾਨੂੰ ਵਾਪਸ ਪਰਮਾਤਮਾ ਨਾਲ ਕਨੈਕਟ ਹੋਣਾ ਪਏਗਾ, ਜਿਹਦੇ ਨਾਲ ਕਿ ਜੋ ਅਸੀਂ ਪਿੱਛੇ 3 ਪੁਆਇੰਟ, ਇਨਫੈਕਟ देयर कैन बी मोर ਪੁਆਇੰਟਸ ਕਿ ਸਾਨੂੰ ਪਰਮਾਤਮਾ ਨਾਲ ਕਿਉਂ ਜੁੜਨਾ ਚਾਹੀਦਾ, ਪਰ ਇਹ 3 ਮੇਨ ਰੀਜ਼ਨ ਹੈ ਜਿਹਦੀ ਵਜ੍ਹਾ ਨਾਲ ਕਿ ਸਾਨੂੰ ਪਰਮਾਤਮਾ ਦੇ ਨਾਲ ਜੁੜਨਾ, ਤਾਂ ਕਿ ਜੋ ਸਾਡੀ ਲਾਈਫ ਹੈ ਉਹ ਇੱਕ ਹੋਲਿਸਟਿਕ ਅਪਰੋਚ ਵਾਲੀ ਲਾਈਫ ਹੋਏ, ਜਿਹਦੇ ਵਿੱਚ ਹਰ ਐਸਪੈਕਟ ਆਫ ਲਾਈਫ ਹੈ ਉਹ ਕਵਰ ਹੋ ਸਕੇ। ਔਰ ਗੁਰੂ ਸਾਹਿਬਾਨ ਦਾ ਵੀ ਇਹਦੇ ਬਾਰੇ ਜੋ ਵਿਚਾਰ ਹੈ, ਇਹ ਤੇ the relevance of connecting with the God, ਜਿਵੇਂ ਗੁਰੂ ਸਾਹਿਬ ਕਹਿੰਦੇ ਹਨ, ਲੱਖ ਅਡੰਬਰ ਬਹੁਤ ਵਿਸਥਾਰਾ, ਨਾਮ ਬਿਨਾ ਝੂਠੇ ਪਾਸਾਰਾ। Millions of ostentatious shows and great expenses, but without the naam all these are false. That means ਅਸੀਂ ਇੱਕ ਝੂਠਾ ਜੀਵਨ ਜੀਵਾਂਗੇ। ਅਸੀਂ ਚਾਹੇ ਦੁਨੀਆ ਦੀ ਲੱਖੋਂ ਚੀਜ਼ਾਂ ਇਕੱਠੀਆਂ ਕਰ ਲਈਏ, ਦਿਖਾਵਾ ਹੋਏ, ਸਾਡੇ ਕੋਲ ਸਭ ਕੁਝ ਹੋਏ, ਪਰ ਉਹ ਜੀਵਨ ਦੇ ਵਿਚਕਾਰ ਇੱਕ ਸੱਚਾਈ ਮਿਸਿੰਗ ਹੋਏਗੀ, ਉਹ ਝੂਠ ਹੀ ਹੋਏਗਾ।
ਜਦੋਂ ਤੱਕ ਕਿ ਅਸੀਂ ਪਰਮਾਤਮਾ ਦੇ ਨਾਲ ਨਹੀਂ ਜੁੜਦੇ। ਇਹ ਬਹੁਤ ਸਪਸ਼ਟ ਬਿਆਨ ਆਉਂਦਾ ਗੁਰੂ ਸਾਹਿਬ ਦਾ ਕਿ ਸਾਨੂੰ ਪਰਮਾਤਮਾ ਨਾਲ ਕਿਉਂ ਜੁੜਨਾ ਚਾਹੀਦਾ। ਲੱਖ ਅਡੰਬਰ ਬਹੁਤ ਵਿਸਤਾਰਾ, ਨਾਮ ਬਿਨਾ ਝੂਠੇ ਪਾਸਾਰਾ। ਉਹ ਸਭ ਝੂਠ ਹੈ। ਇਸ ਕਰਕੇ ਅਗਰ ਅਸੀਂ ਸੱਚ ਤੱਕ ਪਹੁੰਚਣਾ ਹੈ ਤੇ ਪਰਮਾਤਮਾ ਦੇ ਨਾਲ ਸਾਨੂੰ ਕਨੈਕਟ ਹੋਣਾ ਹੀ ਪਏਗਾ। ਇਸ ਤੋਂ ਬਾਅਦ ਅਸੀਂ ਹੁਣ ਨੈਕਸਟ ਕੁਐਸਚਨ ਲੈਂਦੇ ਹਾਂ। ਅਗਰ ਕਿਸੇ ਦਾ ਕੋਈ ਸਵਾਲ ਹੋਏ, ਨੀਚੇ ਸਲਾਈਡ ਨੰਬਰ ਲਿਖੇ ਹੈ, ਤੁਸੀਂ ਨੋਟ ਕਰਕੇ ਐਂਡ ਵਿੱਚ ਕੁਐਸਚਨ ਨੰਬਰ, ਜੋ ਵੀ ਕੁਐਸਚਨ ਤੁਹਾਡਾ ਹੋਏਗਾ ਉਸ ਨੰਬਰ ਨਾਲ ਕਨੈਕਟ ਕਰ ਸਕਦੇ ਹੋ, so that we open that slide and further we can have the discussion. Like 49 ਨੰਬਰ ਸਲਾਈਡ ਨੀਚੇ ਲੈਫਟ ਸਾਈਡ ਤੇ ਲਿਖਿਆ ਹੈ, तो हर स्लाइड का नंबर है। अगर तुहाडे माइंड कोई भी क्वेश्चन होए प्लीज जरूर नोट करो ताकि वापस असी जल्दी उस स्लाइड पे आ सकीए। हुण साडा जो नैक्सट क्वेश्चन है कि अगर चलो हुण मान लिया परमात्मा नाल जुड़ना भी है तो वो दुनिया दियां किहड़ियां फिलोसफीज ने जो कि सानू परमात्मा दे नाल कनैक्ट करदियां। बट प्रोमिनेंट फिलोसफीज कनैक्ट विद द डिवाइन, असी वो थोड़ा जिहा समझण दी कोशिश करांगे। और इहदे विचकार साडे कोल 3 प्रोमिनेंट फिलोसफीज हैं। बाकी इन्हां दे डेरिवेटिव्स हो सकते हैं, इन्हां दे होर पार्ट्स हो सकते हैं, इन्हां दे अलग अलग स्वरूप हो सकते हैं। बट जो मेन 3 ब्रॉड कैटेगरीज हैं वो हैं, एक तो है प्लूरलिज्म, और असी फर्दर डिटेल्स डिस्कस करांगे इहदे बारे। एक फिलोसफी उहनूं असीं प्लूरलिज्म कहंदे हैं, एक फिलोसफी उहनूं असीं डुअलिज्म कहंदे हैं, और तीसरे नूं असीं मोनिज्म कहंदे हैं। हुण 3 फिलोसफी के बारे असीं थोड़ा जिहा जानने की कोशिश करते हैं और फिर देखते हैं कि साडा जो है कनैक्ट है वो किहड़े रस्ते नाल बन रहा। तो सब नाल पहले गल करिए असीं प्लूरलिज्म की, तो जो इसकी डेफिनेशन है वो है कि एक सिद्धांत या प्रणाली जो एक तो वध अंतम सिद्धांत नूं मनदी है। तो मतलब है एक ऐसी थ्योरी है जो ये मनदी है कि अल्टीमेट प्रिंसीपल बहुत सारे हैं, वो सब वखरे वखरे हैं, वो आपस में मेल नहीं खाते, वो बिल्कुल वखरे तरीके नाल साडे सामने आते हैं। और इहदे विचकार जिवें मल्टीपल म्यूचुअली इंडिपेंडेंट सेंसिस हैं, मतलब साडियां जिवें 5 सेंसिस हैं, आईज हैं, ईयर्स हैं, नोज है, टेस्ट है, स्किन है, टच द सेंसिस हैं, और जिहड़े 5 एलीमेंट्स ऑफ बॉडी हैं जिन्हां दे बारे अक्सर गल करते हैं असीं कि आकाश, धरती, हवा और अग्नि, और इस तरह 5 तत्वां की गल हुंदी है। और डेटीज हैं जिहड़े कि वखरे वखरे पावर हैं, देवता ने जिन्हां दियां वखरियां पावर्स हैं, कोई बरसात लई है, कोई गर्मी देण लई है, कोई हवा देण लई है, कोई अग्नि लई है, वखरे वखरे देवी देवता हैं। ये हुण जितनियां प्लूरलिज्म दियां फिलोसफीज हैं, अगर असीं पिछे जाके देखिए तो अज तो जितने भी धर्म सन इस धरती दे उत्ते अज तो करीब 2000 साल तो पहले वो सारे दे सारे किते ना किते प्लूरलिज्म दे नाल ही जुड़े हुए सन। जदों क्रिश्चियनिटी आई है या इस्लाम आया, वो फिर किते प्लूरलिज्म तो हट के कुछ डिफरेंट सिद्धांत भी साडे सामने आए हैं। और साइंटिफिक पक्ष नाल भी असीं देखांगे कि किहड़ा जिहड़ा एक सिद्धांत है जिहदा काफ़ी ज़्यादा जिक्र हुंदा है। तो ये जिहड़े सिद्धांत सी ये बड़े पुरातन सिद्धांत हैं, जदों कि मनुख अजे बहुत प्रिमिटिव स्टेज विच सी। जदों बिजली चमकदी सी ते बिजली दे चमकण नूं भी एक देवता मान लैंदे सी, एक पावर मनदे सी। बारिश हुंदी सी उहनूं देवता मान लैंदे सी, अपनियां सेंसिस नूं देवता मान लैंदे सी, अग नूं देवता मनदे सी। तो इस तरह बहुत सारियां प्लूरलिज्म दीयां फिलोसफी सन, जिहदी वजह नाल जो बहुत पहले दे प्रिमिटिव लाइफ सी वो लोग सब दे सब जिहड़े ने प्लूरलिज्म नाल ही जुड़े हुए सन। और जो प्लूरलिज्म दे उत्ते जो गुरबाणी व्यू है वो भी सानू मिलता है। मतलब सानू हुण की है कि जदों असीं गुरबाणी पढ़ांगे सानू कुछ समझ भी आएगी कि ये गल्लां क्यों लिखियां गईयां हन गुरबाणी विच। ते जिवें कि गुरु तेग बहादुर साहब का श्लोक है, 5 तत्त को तन रचियो जानो चतुर सुजान, जहते उपजो नानका लीन ताहे मेहमान। इत्थे गुरु साहब प्लूरलिज्म दी ही गल कर रहे हैं कि 5 तत्त को तन रचियो जानो चतुर सुजान। जिहड़े सियाणे बंदे सी, जिहड़े सूझवान मनुख सी, जिहड़े खोजी मनुख सी, वो ये कहंदे सी कि शरीर जिहड़ा 5 तत्वां दा बनिया होया है। और जहते उपजो नानका लीन ताहे मेहमान, असीं इनू दोबारा अगे चल के भी डिस्कस करांगे। बट एक प्लूरलिज्म की एक एग्जाम्पल है जो गुरबाणी के अंदर भी आती है। तो एक नहीं है, ऐसियां बहुत सारी एग्जाम्पल्स हैं जो गुरबाणी प्लूरलिज्म दे नाल कनैक्ट करदियां ने सन। हुण असीं गल करदे हां डुअलिज्म दी। जो डुअलिज्म का सिद्धांत है, इहदे विचकार हर चीज़ नूं द क्वालिटी और स्टेट ऑफ बीइंग डुअल और ऑफ हैविंग ए डुअल नेचर,
कि या तो वो दो अवस्थावां ने, एक अवस्था जिवें एक दे अपोजिट होए या उहदा नेचर वखरा होए, दो तरह का प्रोमीनेंटली अलग होए। तो इस तरह दोहरी होण दी जां जरूरी दोहरे सुभाਅ दी जिहड़ी गुणवत्ता है उन्होंने असी डुअलिज्म कहते हैं। इहदियां एग्जाम्पल्स भी ने। ਜਦੋਂ प्लेटो आए हैं तो प्लेटो तो सब ਨੂੰ ਪਹਿਲਾਂ एक डुअलिज्म का एक सिद्धांत है, ऑब्जेक्टिव एंड सब्जेक्टिव। कि ऑब्जेक्टिविटी की है, सब्जेक्टिविटी की है। मैटर एंड डार्क मैटर साइंस कहती है। साइंस कहती है जिथे अज एक मैटर एग्जिस्ट करता है, ਇਹਦੇ पैरेलल एक डार्क मैटर भी एग्जिस्ट करता है। और ये साइंटिफिकली प्रूव भी किया जा चुका है कि डार्क मैटर एग्जिस्ट करता है। कि डार्क मैटर एग्जिस्टेंस विच नहीं आ सकता सी जदों दा एक अपोजिट डार्क मैटर भी ना क्रिएट किया जाता। नॉट ओनली दैट, आई थिंक एनर्जी एंड डार्क एनर्जी की भी गल होती है कि अगर सी एनर्जी है जिन्होंने समझते हैं, इसकी एग्जैक्टली एक अपोजिट एनर्जी भी क्रिएट करनी पई जिहड़ी डार्क एनर्जी है, ताकि दोनों दे विच बैलेंस हो सके। तो उत्थे डुअलिज्म का भी सिद्धांत साइंस भी मनती है। और बाकी रिलीजन्स दे विच पाप दा पुण्य दा ये जितने भी सिद्धांत है जिहड़े अपोजिट हैं, वो भी डुअलिज्म की ही गल करते हैं। और डुअलिज्म की फिलोसफी बड़ी स्ट्रोंग फिलोसफी है। लोगों ने कहा कि ये कोई एक नहीं है जो ये कर सकता, कोई दो अपोजिट फोर्सेस ही होंगियां जिन्हां ने दोनों दे दोनों सैपरेट सिद्धांत सामने लैके आए हैं। हुण असीं अगर गुरबाणी का व्यू देखिए तो गुरबाणी जो डुअलिज्म का एक जगह नहीं अनेकों जगह ते जिक्र कर रही है। ਉਹਦੇ ਵਿਚਕਾਰ है जिवें आप कथे आप सुनने हार, वो आप ही कह रहा और आप ही सुन रहा है। ये भी एक डुअलिज्म का ही है। एक साइड ते सब्जेक्ट है, एक साइड ते ऑब्जेक्ट है, दो गल्लां हो रही हैं और जो कहण वाला सुनन वाला सब दो सैपरेट हैं, एक दूसरे के अपोजिट है। एक दे तरफों वाइब्रेशंस निकल रही हैं, एक तक वाइब्रेशंस पहुंच रही हैं। यही नहीं है, अगे होर भी कई सारे हैं जिवें दुई कुदरत साजिए करासन डिठो चाओ। हालांकि बहुत जगह ते दुई दा इत्थे मतलब है कि सेकंड, आप ही ने आप साजियो आप ही ने रचियो नाओ। पहले तो उन्हें अपने आप को सजाया और फिर दूसरा मतलब सेकंड स्टेप है क्रिएशन या कुदरत नू भी सजाया। जदों कि दा एक्चुअल मीनिंग शायद ये होएगा कि अपने आप ते सजिया ही होया सी, उसने दो तरह की कुदरत नू सजाया और विचकार सेंटर च आकर आसन डिठो चाओ, विच आप बैठ के वो खुद बड़े चाह नाल अपनी सजाई हुई कुदरत नू देख रहा है। कोई दो तरह की कुदरत नू सजाण तो बाद। और ये भी एक विचार है, इसके फर्दर भी विचार हो सकती है, पर मेरा जो इंटरप्रिटेशन है इत्थे दुई दा मतलब है दो तरह की कुदरत नू सजाण तो बाद। और इत्थे जिवें आप कथे आप सुनने हार, मतलब वो सिर्फ कहण वाले बना देंदा, सुनन वाले ना बनांदा, तो कोई मायने नहीं सी रखता। या सिर्फ सुनन वाले हुंदे कहण वाला कोई ना हुंदा, तो दो तरह की कुदरत बनेगी ही बनेगी, चीज़ां देखण वालियां भी और देखण वाला भी। तो एक तरह का डुअलिज्म का कॉन्सैप्ट ही है जो साडे सामने आंदा है और गुरु साहब ने बड़े स्पष्ट शब्दों च उन्होंने भी जिक्र किया है। हुण असीं गल करदे हां मोनिज्म दी फिलोसफी, जो कि जदों डुअलिज्म तो बाद जो नैक्सट फिलोसफी आती है जिथे कि हर एक चीज़ नूं इक्को उहदे नाल कनैक्ट किया गया, हर चीज़ नूं एक हकीकत के रूप में दसिया जा सकता है। और जो मोनिज्म है, लाइक एवरीथिंग कैन बी एक्सप्लेन्ड एज ए सिंगल रियलिटी, क्रिएटर एंड क्रिएशन इज वन, जिन्होंने असीं कहते हैं। कॉज एंड इफेक्ट इज वन, असीं ऑलरेडी डिस्कस करता है, कॉजलिटी भी उहदे विचकार असीं डिस्कस किया सी। फिर असीं कहते हैं मैटर एंड एनर्जी इज वन, जो मैटर है और जो एनर्जी है वो भी अल्टीमेटली एक ही है। इवन गुड एंड बैड इज वन, इदियां भी गुरु साहब ने शब्द दे विच बड़ी क्लीयरली ही एक्सप्लेन किया कि परमात्मा दुख देने वाला भी कोई दूसरा नहीं है। अगर असीं ये मनीए तो सुख दे रहे हैं तो दुख भी, जे सुख दे तो तुझे आराधी, दुख भी तुझे ते आई, जे भुख दे तो इत्थे ही राजा, दुख विच सुख मनाई, वो सब तेरे दिते हुए ने। तो इक्को नूं ही मन के चल रहे हैं, जो मोनिज्म की फिलोसफी है। और जिवें कि मोनिज्म के बारे गुरबाणी के व्यू हैं, जलस तू ही, थलस तू ही, नदिस तू ही, नदस तू ही पानी है परमात्मा, तू ही थल है। सेकंड में फोन आ रहा है। तू ही थल है, मरुस्थल है, तू ही नदी है परमात्मा, तू ही ओशन है। वृक्षस तू ही, पतस तू ही, छितस तू ही, उर्धस तू ही। ये गुरु गोबिंद सिंह जी की बाणी है, जिसे कहते तू ही वृक्ष है, तू ही पत्ते हैं, तू ही क्षितिज है और परमात्मा तू ही है। वो हर चीज दे विच परमात्मा ही देख रहे हैं। ये एक मोनिज्म की फिलोसफी है।
ਜਿਹਦੇ ਨਾਲ ਕਿ ਅਸੀਂ ਪੂਰੀ ਤਰ੍ਹਾਂ ਨਾਲ ਜੁੜੇ ਹੋਏ ਹਾਂ, ਜਿਹਦੇ ਨਾਲ ਗੁਰੂ ਨਾਨਕ ਸਾਹਿਬ ਸਾਨੂੰ ਪੂਰੀ ਤਰ੍ਹਾਂ ਨਾਲ ਜੋੜ ਰਹੇ ਹਨ ਕਿ ਅਲਟੀਮੇਟਲੀ ਇੱਕ ਤੋਂ ਇਲਾਵਾ ਕੁਝ ਨਹੀਂ ਹੈ। ਤਾਂ ਹੀ ਏਕ ਓਂਕਾਰ ਵੀ ਇੱਕ ਤੋਂ ਹੀ ਸ਼ੁਰੂ ਹੁੰਦਾ ਹੈ। ਔਰ ਇਹੀ ਜੋ ਏਕ ਓਂਕਾਰ ਹੈ ਕਹਿੰਦਾ देयर इज बट वन गॉड, ਉਸ ਤੋਂ ਇਲਾਵਾ ਹੋਰ ਕੁਝ ਹੈ ਹੀ ਨਹੀਂ। दिस इज द फिलोसफी ऑफ मोनिज्म। जो प्लूरलिज्म है, डुअलिज्म है, मोनिज्म है, ਅਸੀਂ ਤਿੰਨ ਤਰ੍ਹਾਂ ਦੀ ਫਿਲਾਸਫੀ ਜੋ ਬ੍ਰੌਡ ਹੈ, ਇਹਨਾਂ ਦੀ ਅੱਗੇ ਸਬ ਕੈਟਾਗਰੀਜ਼ ਹੈ, ਅਸੀਂ ਉਸ ਲੈਵਲ ਤੇ ਨਹੀਂ ਜਾ ਰਹੇ। ਪਰ ਅਗਰ ਅਸੀਂ ਤਿੰਨਾਂ ਨੂੰ ਦੇਖੀਏ ਤੇ ਅਸੀਂ ਹੁਣ ਜਦੋਂ ਇਹ ਦੇਖ ਰਹੇ ਹਾਂ ਕਿ ਗੁਰੂ ਸਾਹਿਬ ਸਾਨੂੰ ਮੋਨਿਜ਼ਮ ਦੀ ਫਿਲਾਸਫੀ ਵੱਲ ਲੈ ਕੇ ਜਾ ਰਹੇ ਹਨ, ਫਿਰ ਸਾਨੂੰ ਇਹ ਦੇਖਣਾ ਪਏਗਾ ਕਿ ਉਹ ਡੁਅਲਿਜ਼ਮ ਔਰ ਪਲੂਰਲਿਜ਼ਮ ਦੀ ਗੱਲ ਕਿਉਂ ਕਰ ਰਹੇ ਹਨ। ਤੇ ਅਸੀਂ ਅੱਗੇ ਚੱਲ ਕੇ ਹੁਣ ਇਹ ਦੇਖਦੇ ਹਾਂ ਗੁਰੂ ਸਾਹਿਬ ਸਾਨੂੰ ਕੀ ਕਹਿਣਾ ਚਾਹ ਰਹੇ ਹਨ। ਸਾਡੇ ਨਾਲ ਜੋ ਐਸ ਗੁਰੂ ਸਾਹਿਬਾਨ ਹੈਜ਼ ਟੋਲਡ ਅਸ ਇੱਕ ਓਂਕਾਰ, ਸਭ ਕੁਝ ਅਲਟੀਮੇਟਲੀ ਇੱਕ ਓਂਕਾਰ ਹੀ ਹੈ ਤੇ ਮੋਨਿਜ਼ਮ ਨਾਲ ਜੋੜਿਆ ਹੈ। ਤੇ ਹੁਣ ਅਸੀਂ ਇਹ ਦੇਖਾਂਗੇ ਕਿ ਗੁਰੂ ਸਾਹਿਬ ਪਲੂਰਲਿਜ਼ਮ ਔਰ ਡੁਅਲਿਜ਼ਮ ਨੂੰ ਜਿੱਥੇ ਵੀ ਬਾਣੀ ਤੁਸੀਂ ਅੱਗੇ ਪੜੋਗੇ ਤੇ ਤੁਸੀਂ ਦੇਖਣਾ ਇੱਕ ਬੜਾ ਸੋਹਣਾ ਕਨੈਕਟ ਬਣਦਾ ਹੈ। ਉਹ ਕਨੈਕਟ ਮੋਨਿਜ਼ਮ ਨਾਲ ਕਿਸ ਤਰ੍ਹਾਂ ਬਣਾਉਂਦੇ ਆ। ਤੇ ਡੁਅਲਿਜ਼ਮ ਜਿਵੇਂ ਅਸੀਂ ਹੁਣੇ ਸ਼ਬਦ ਪੜਿਆ, ਆਪ ਕਥੇ ਆਪ ਸੁਣਨੇ ਹਾਰ, ਇਹ ਅਗਰ ਅਸੀਂ ਬਹੁਤ ਧਿਆਨ ਨਾਲ ਦੇਖੀਏ ਤੇ ਜਿੱਥੇ ਉਹ ਕਹਿਣ ਦੀ ਔਰ ਸੁਣਨ ਦੀ ਗੱਲ ਕਰ ਰਹੇ ਆ, ਉਹਦੇ ਵਿਚਕਾਰ ਉਹਨਾਂ ਨੇ ਸ਼ਬਦ ਪਾਇਆ ਹੈ ਆਪ। ਆਪ ਮਤਲਬ ਉਹ ਇੱਕ ਹੀ ਹੈ ਜੋ ਸੁਣ ਵੀ ਰਿਹਾ ਹੈ, ਜੋ ਕਹਿ ਵੀ ਰਿਹਾ ਹੈ। ਤੇ ਗੁਰੂ ਸਾਹਿਬ ਕੀ ਕਰ ਰਹੇ ਹਨ, ਜੋ ਡੁਅਲਿਜ਼ਮ ਦੀ ਫਿਲਾਸਫੀ ਹੈ ਉਹਨੂੰ ਮੋਨੋਇਜ਼ਮ ਦੇ ਨਾਲ ਕਨੈਕਟ ਕਰੀ ਜਾ ਰਹੇ ਹਨ। ਜੋ ਪਰਮਾਤਮਾ ਕਹਿ ਹੀ ਰਿਹਾ, ਪਰਮਾਤਮਾ ਹੀ ਸੁਣ ਰਿਹਾ, ਉਹ ਸਭ ਆਪ ਹੀ ਹੈ। ਇਹ ਗੁਰੂ ਸਾਹਿਬ ਦਾ ਇੱਕ ਤਰੀਕਾ ਸੀ ਸਾਨੂੰ ਡੁਅਲਿਜ਼ਮ ਤੋਂ ਮੋਨਿਜ਼ਮ ਵੱਲ ਲੈ ਜਾਣ ਦਾ, ਜਿੱਥੇ ਉਹ ਕਹਿ ਰਹੇ ਨੇ ਜੋ ਕਹਿਣ ਵਾਲਾ ਸੁਣਨ ਵਾਲਾ ਮੰਨ ਲਿਆ ਹੈ ਨੇ, ਔਰ ਅਸੀਂ ਮੰਨਦੇ ਵੀ ਹਾਂ, ਅਸੀਂ ਉਹਨੂੰ ਨਕਾਰਦੇ ਨਹੀਂ ਹਾਂ। ਹੁਣ ਅਸੀਂ ਦੇਖੀਏ ਪਲੂਰਲਿਜ਼ਮ ਵਿੱਚ ਜਿਵੇਂ ਅਸੀਂ ਲਿਆ ਹੈ, ਪਾਂਚ ਤਤ ਕੋ ਤਨ ਰਚਿਓ ਜਾਨਹੁ ਚਤੁਰ ਸੁਜਾਨ, ਜਹਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਕਿਤਨੇ ਸੌਖੇ ਤਰੀਕੇ ਨਾਲ ਉਹਨਾਂ ਨੇ ਕਿਹਾ, ਜਿਨ੍ਹਾਂ ਨੂੰ ਚਤੁਰ ਔਰ ਸੁਜਾਨ ਬੰਦੇ ਸਰੀਰ ਨੂੰ ਪੰਜ ਤੱਤਵਾਂ ਦਾ ਮੰਨਦੇ ਹਨ, ਉਹ ਕਹਿੰਦੇ ਜਹਤੇ ਉਪਜੋ, ਜਿਸ ਤੋਂ ਉਪਜੋ ਤੁਸੀਂ ਉਹਦੇ ਚ ਲੀਨ ਹੋ ਜਾਓ। ਉਹ ਨਕਾਰ ਵੀ ਨਹੀਂ ਰਹੇ, ਕਹਿ ਰਹੇ ਠੀਕ ਹੈ, ਤੁਹਾਡੀ ਅਗਰ ਸਮਝ ਦੇ ਹਿਸਾਬ ਨਾਲ ਸਰੀਰ ਪੰਜ ਤੱਤਵਾਂ ਦਾ ਬਣਿਆ, ਸੋ ਬੀਟ। ਹੁਣ ਪੰਜ ਤੱਤਵਾਂ ਨੂੰ ਜਿੰਨੇ ਬਣਾਇਆ ਤੁਸੀਂ ਉਹਦੇ ਨਾਲ ਜਾ ਕੇ ਕਨੈਕਟ ਹੋ ਜਾਓ। ਤੇ ਪਲੂਰਲਿਜ਼ਮ ਨੂੰ ਵੀ ਨਾਲ ਲੈਂਦੇ ਔਰ ਚੁੱਪਚਾਪ ਆਹਿਸਤਾ ਜੇ ਹੱਥ ਪਕੜ ਕੇ ਉਹਨੂੰ ਮੋਨਿਜ਼ਮ ਵੱਲ ਲੈ ਜਾਂਦੇ ਆ। ਇਹ ਗੁਰੂ ਸਾਹਿਬ ਦਾ ਤਰੀਕਾ ਹੀ ਰਿਹਾ। ਉਹਨਾਂ ਨੇ ਕਦੀ ਕਿਸੇ ਨੂੰ ਨਕਾਰਿਆ ਨਹੀਂ। ਜਿੱਥੇ ਜਿਸ ਅਵਸਥਾ ਜਿਹਦੀ ਜੋ ਸਮਝ ਹੈ ਉਹਨੂੰ ਉੱਥੋਂ ਹੀ ਲਿਆ ਔਰ ਉਹਨੂੰ ਵਾਪਸ ਇੱਕ ਨਾਲ ਜੋੜ ਦਿੱਤਾ। ਤੇ ਇਹ ਅਸੀਂ ਦੇਖ ਰਹੇ ਹਾਂ ਦੋਨੋਂ ਸ਼ਬਦ 'ਚ ਬਿਲਕੁਲ ਕਲੀਅਰ ਹੈ। ਡੂਅਲਿਜ਼ਮ ਦੀ ਗੱਲ ਵੀ ਕਰਦੇ ਆ, ਨਾਲ ਡੂਅਲਿਜ਼ਮ ਤੋਂ ਚਲਾ ਕੇ ਮੋਨਿਜ਼ਮ ਵੱਲ ਲੈ ਜਾਂਦੇ ਆ, ਪਲੂਰਲਿਜ਼ਮ ਦੀ ਵੀ ਗੱਲ ਕਰਦੇ ਆ, ਉੱਥੋਂ ਚਲਾ ਕੇ ਮੋਨਿਜ਼ਮ ਵੱਲ ਲੈ ਜਾਂਦੇ ਆ। ਸੋ ਇਹ ਫਾਈਨਲੀ ਇੱਕ ਓਂਕਾਰ ਦੇ ਨਾਲ ਕਨੈਕਟ ਕਰਦੇ ਜਾ ਰਹੇ ਹਨ। ਤੇ ਗੁਰੂ ਸਾਹਿਬ ਨੇ ਸਾਰੀਆਂ ਫਿਲਾਸਫੀਜ਼ ਨੂੰ ਕਿਹਾ ਅਸੀਂ ਐਕਸੈਪਟ ਕਰ ਲਿਆ, ਚਲੋ ਅਸੀਂ ਕੀ ਬਹਿਸ ਥੋੜੀ ਕਰਨੀ ਹੈ, ਹੁਣ ਆਓ ਹੁਣ ਅਸੀਂ ਇੱਕ ਨਾਲ ਜੁੜ ਜਾਈਏ। ਸੋ ਇਹ ਸਾਨੂੰ ਇੱਕ ਫੰਡਾਮੈਂਟਲੀ ਸਮਝਣਾ ਪਏਗਾ, ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜਾਂਗੇ ਤੇ ਇੱਕ ਓਂਕਾਰ ਦੀ ਜਦੋਂ ਗੱਲ ਹੁੰਦੀ ਹੈ ਤੇ ਪੰਜ ਤੱਤਵਾਂ ਦੀ ਕਿੱਥੇ ਵਿੱਚ ਗੱਲ ਕਿਉਂ ਆ ਰਹੀ ਹੈ ਜਾਂ ਦੋ ਚੀਜ਼ਾਂ ਦੀ ਗੱਲ ਕਿਉਂ ਆ ਰਹੀ ਹੈ, ਸਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਅਲਟੀਮੇਟਲੀ ਉਹ ਸਭ ਰਿਐਲਿਟੀਜ਼ ਨੇ, ਅਸੀਂ ਉਹਨੂੰ ਮਨਾ ਨਹੀਂ ਕਰ ਰਹੇ। ਬਸ ਉਸ ਰਿਐਲਿਟੀ ਦੇ ਪਿੱਛੇ ਵੀ ਇੱਕ ਰਿਐਲਿਟੀ ਹੈ ਜਿਹਦੇ ਨਾਲ ਗੁਰੂ ਸਾਹਿਬ ਸਾਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਸੋ ਇਹ ਸੀ ਸਾਡਾ ਇੱਕ ਸੈਕਿੰਡ ਕੁਐਸਚਨ ਕਿ ਦੁਨੀਆ 'ਚ ਫਿਲਾਸਫੀਜ਼ ਕੀ ਹੈ। ਹੁਣ ਇਹਨਾਂ ਫਿਲਾਸਫੀਜ਼ ਨੇ ਕੁਝ ਧਰਮਾਂ ਨੂੰ ਜਨਮ ਦਿੱਤਾ। ਤਾਂ ਅਸੀਂ ਹੁਣ ਨੈਕਸਟ ਚੱਲਦੇ ਹਾਂ ਕਿ ਉਹ ਕਿਹੜੇ ਫੇਥ ਹੈ ਜਿਹੜੇ ਕਿ ਸਾਨੂੰ ਪਰਮਾਤਮਾ ਦੇ ਨਾਲ ਜੋੜ ਰਹੇ ਹਨ। ਦੁਨੀਆ ਦੇ ਵਿਚਕਾਰ ਵੱਖਰੇ ਧਰਮ ਕੀ ਹਨ। ਅਸੀਂ ਉਹਨਾਂ ਧਰਮਾਂ ਦੀ ਗੱਲ ਨਹੀਂ ਕਰਾਂਗੇ, ਬਸ ਉਹਨਾਂ ਕੈਟੇਗਰੀਜ਼ ਦੀ ਗੱਲ ਕਰਾਂਗੇ ਕਿਹੜੇ ਵੱਖ-ਵੱਖ ਵਿਸ਼ਵਾਸ ਲੋਕਾਂ ਨੂੰ ਬ੍ਰਹਮ ਸ਼ਕਤੀ ਨਾਲ ਜੋੜਦੇ ਹਨ। ਉਹ ਇਹ ਸਾਡਾ ਨੈਕਸਟ ਕੁਐਸਚਨ ਹੈ। ਇਹਦੇ ਸਾਡੇ ਕੋਲ 5 ਡਿਫਰੈਂਟ ਲੈਵਲਸ ਆਉਂਦੇ ਆ। ਇੱਕ ਤੇ ਹੈ ਅਥੀਸਟ, ਬੇਸਿਕਲੀ ਨਾਸਤਿਕ ਜਿਨ੍ਹਾਂ ਨੂੰ ਕਹਿੰਦੇ ਆ। ਇਹ ਜੋੜ ਨਹੀਂ ਰਹੇ, ਇਹ ਜੋੜਨਾ ਹੀ ਨਹੀਂ ਚਾਹੁੰਦੇ। ਇਹਨਾਂ ਦੀ ਫੇਥ ਦੇ ਹਿਸਾਬ ਨਾਲ ਪਰਮਾਤਮਾ ਹੈ ਹੀ ਨਹੀਂ। ਸੋ ਇਹ ਆਪਣਾ ਮਸਤ ਹੈ, ਇਹ ਅਟੰਕ ਹੈ, ਇਹ ਕਿਸੇ ਨੂੰ ਕੋਈ ਡਿਸਟਰਬ ਨਹੀਂ ਕਰਦੇ, ਕਹਿੰਦੇ ਜੋ ਵੀ ਹੈ ਅਸੀਂ ਨਾਸਤਿਕ ਹਾਂ, ਸਭ ਠੀਕ ਹੈ। ਨੈਕਸਟ ਆਉਂਦੇ ਆ ਜੀ ਅੱਗੇਵਾਦੀ ਜਾਂ ਐਗਨੋਸਟਿਕਸ। ਜਿਹੜੇ ਐਗਨੋਸਟਿਕਸ ਹੈ ਉਹ ਕਹਿੰਦੇ ਆ ਅਸੀਂ ਮੰਨਣ ਨੂੰ ਤਿਆਰ ਹਾਂ, ਪਰ ਸਾਨੂੰ ਪ੍ਰੂਵ ਕਰੋ। ਅਸੀਂ ਫੇਥ ਨੂੰ ਜਾਂ ਬਿਲੀਵ ਕਰਨ ਨੂੰ ਤਿਆਰ ਹਾਂ, ਬਟ ਦੇ ਚੈਲੰਜ ਇਟ। ਔਰ ਇਹ ਉਹ ਵਾਲੀ ਕੈਟੇਗਰੀ ਹੈ ਜੋ ਬਹੁਤ ਐਕਸੈਸਿਵਲੀ ਡਿਸਕਸ ਵੀ ਕਰ ਸਕਦੇ ਹਾਂ। ਔਰ ਇਹਨਾਂ ਕੋਲ ਇੱਕੋ ਹੀ ਪੁਆਇੰਟ ਹੁੰਦਾ ਕਿ ਤੁਸੀਂ ਸਾਨੂੰ ਫਾਈਨਲੀ ਇਹ ਦੱਸੋ ਕਿ ਪਰਮਾਤਮਾ ਨੂੰ ਕਿੰਨੇ ਪੈਦਾ ਕੀਤਾ, ਜਦੋਂ ਹਰ ਚੀਜ਼ ਕਿੱਥੋਂ ਪੈਦਾ ਹੋਈ ਹੈ। ਇਹ ਕੁਐਸਚਨ ਅਸੀਂ ਆਲਰੇਡੀ ਲੈ ਚੁੱਕੇ ਹਾਂ। ਸੋ ਜਿਹੜੇ ਐਗਨੋਸਟਿਕਸ ਹੈ ਦੇ ਟਰਾਈ ਟੂ ਚੈਲੰਜ ਇਨ ਅ ਡਿਫਰੈਂਟ ਮੈਨਰ
whereas atheist ਜਿਹੜੇ ਨੇ ਉਹ ਆਪਣਾ free ਨੇ, ਉਹ ਕੋਈ ਝਗੜੇ ਬਹਿਸ ਨਹੀਂ ਪੈਂਦੇ। ਐਗਨੋਸਟਿਕ ਜਿਹੜੇ ਨੇ ਇਹਨੂੰ ਜਗ੍ਹਾ ਜਗ੍ਹਾ ਤੇ ਆਰਟੀਕਲ ਵੀ ਲਿਖਦੇ ਆ, ਚੈਲੰਜ ਵੀ ਕਰਦੇ ਆ, ਥੋੜਾ ਜਿਹਾ ਉਹ ਰਿਵਰਸ ਸਾਈਡ ਤੇ ਜਾਣ ਦੀ ਕੋਸ਼ਿਸ਼ ਕਰਦੇ ਆ। ਇਸ ਤੋਂ ਬਾਅਦ ਹੈ ਪੋਲੀਥੀਸਟ, ਬਹੁਲਵਾਦੀ, ਮੋਨੋਥੀਸਟ, एकलवादी और पैनथीस्ट यानी कि अद्वैतवादी। ये तीन होर कैटेगरियां, ਅਸੀਂ ਥੋੜਾ ਜਿਹਾ ਇਹਨਾਂ ਨੂੰ ਦੁਬਾਰਾ ਤੋਂ ਇੱਕ ਵਾਰ ਦੇਖ ਲੈਂਦੇ। ਤੇ ਅਥੀਸਟ ਜਿਵੇਂ ਕਿ ਅਸੀਂ ਕਿਹਾ ਬਿਲੀਵ that there is no God। ਐਗਨੋਸਟਿਕਸ ਜਿਹੜੇ they are skeptics that question the existence of God। ਉਹ ਕੁਐਸਚਨ ਰੇਜ਼ ਕਰਦੇ ਨੇ ਔਰ ਡਿਸਕਸ ਵੀ ਕਰਨਾ ਚਾਹੁੰਦੇ ਆ। ਇਹਦੇ ਵਿੱਚ ਬਹੁਤ ਸਾਰੇ ਅੱਜ ਦੇ ਯੂਥ ਵੀ ਹੋਏਗਾ ਜੋ ਇਸ ਚੀਜ਼ ਨੂੰ ਅੱਗੇ ਲੈ ਕੇ ਆਏਗਾ ਔਰ ਉਹ ਐਗਨੋਸਟਿਕਸ ਹੀ ਤੁਹਾਨੂੰ ਉਹਨਾਂ ਵਿੱਚੋਂ ਮੈਕਸਿਮਮ ਮਿਲਣਗੇ। Polytheists are belief in multiple deities as gods and goddesses। ਉਹ ਇੱਕ ਪਾਵਰ ਨਹੀਂ, ਜਿਵੇਂ ਪਲੂਰਲਿਜ਼ਮ ਦੀ ਗੱਲ ਸੀ, ਉਹ ਇਸੇ ਤਰ੍ਹਾਂ ਨਾਲ ਵੱਖਰੀ ਵੱਖਰੀਆਂ ਪਾਵਰਸ ਨੂੰ ਵੱਖਰਾ ਵੱਖਰਾ ਹੀ ਸਭ ਮੰਨਦੇ ਹਨ। ਉਹ ਕਿਸੇ ਇੱਕ ਨਾਲ ਕਨੈਕਟ ਨਹੀਂ ਕਰਦੇ। ਉਹ ਕਹਿੰਦੇ ਇਹ ਆਪਣੀ ਵੱਖਰੀ ਪਾਵਰ ਹੈ, ਇਹ ਸੈਕਿੰਡ ਵੱਖਰੀ ਹੈ, ਥਰਡ ਵੱਖਰੀ ਹੈ। ਇੱਥੇ ਤੱਕ ਕਿ ਜੋ ਸਾਡੇ ਇੱਥੇ ਸਿਸਟਮ ਚੱਲਿਆ ਆ ਰਿਹਾ ਸੀ ਉਹਦੇ 'ਚ 330 ਕਰੋੜ ਨੂੰ ਮੰਨਿਆ ਗਿਆ ਸੀ ਕਿ 333 ਕਰੋੜ ਜਾਂ ਪਤਾ ਨਹੀਂ 330 ਕਰੋੜ ਕਿਤਨਾ ਹੈ, इतने ज्यादा। हाँ, 33 करोड़ नंबर हैं जेडे कि अपनी वक्रियां वक्रियां पावर्स लैके बैठे हुए हैं। दे आर ऑल एम्पावर्ड एंड दे आर ऑल इंडिपेंडेंट। इस तो बाद आंदे हैं मोनोथीस्ट, बिलीव दैट देयर इज एवर परवेडिंग वन ऑल पावरफुल गॉड। एक परमात्मा है जो बहुत पावरफुल है, हर जगह मौजूद है, ओमनी प्रेजेंट है, हमेशा तो सी हमेशा रहेगा। ये है मोनोथीस्टिक फिलॉसफी। और जो फाइनली है वो है पैनथीस्ट, बिलीव दैट एवरीथिंग इज गॉड, जो कि कॉन्ग्रुएंट विद द फिलोसफी ऑफ मोनिज्म है। जितने कि असी मोनिज्म डिस्कस किया सी, असी हर एक चीज़ नूं एक नाल कनैक्ट कर सकते हैं। तो जो पैनथीस्ट दा कॉन्सैप्ट है वो बिलीव दैट एवरीथिंग इज गॉड, नॉट दैट देयर इज वन गॉड। Rather everything what we see and what we don't see is God। और जो सन दिख रहा और जो नहीं दिख रहा वो सब कुछ परमात्मा है, वो है पैनथीस्ट। एक्चुअली इस तो बाद एक पैनथीस्ट भी है कि एक दूसरे विचकार जो दिख रहा है जो नहीं दिख रहा है वो आपस किस तरह इंटरमिंगल्ड है। एक पैनथीस्ट दी भी गल होती है पर वो कंफ्यूज करेगा। सो लेट अस स्टॉप एट पैनथीस्ट ओनली, क्योंकि पैनथीस्ट के मनने वाले अजे बहुत ही लिमिटेड नंबर हैं और वो कुछ फर्दर अगे ले जाना चाह रहे हैं डिस्कशन। सो जो पैनथीस्ट है वो मोनिज्म की फिलोसफी नाल पूरी तरह नाल जुड़िया होया। ये 5 तरह के बिलीफ सिस्टम हैं। इस तो इलावा बिलीफ सिस्टम हैं जेड़े एक्चुअली इन्हां विच कवर्ड नहीं है, लाइक बुद्धिज्म है। तो बुद्धिज्म भी परमात्मा नूं नहीं मनदे पर वो आत्मा नूं मनदे हैं। उन्होंने परमात्मा का रूप आत्मा दे विच ही देखा, तो एक तरह नाल वो पॉलीथीस्ट कैटेगरी दे विच आ सकते हैं। पर वो कहते हैं कि सब दी आत्मा अल्टीमेटली इको ही रूल नाल गवर्न हो रही है, इस करके किते वो मोनोथीस्ट वाल भी चले जाते हैं। सो किते कॉम्बीनेशन ऑफ टू भी सानू नजर आता है कि जिथे वो परमात्मा नू नहीं मनते पर हर आत्मा नू कहते हैं अल्टीमेटली वो एक स्वरूप दी ही है। सो पर है सब दे विच वक्री वक्री है। तो वो थोड़ा कॉम्पलैक्स है बुद्धिज्म का सिस्टम समझना, बट वो परमात्मा नू डायरैक्टली नहीं मनते। तो इस तरह के जिहड़े कॉम्बीनेशन ने वो भी एग्जिस्ट करते हैं इन्हां पंजां दे। सो असी हुणे गल करना, एक क्वेश्चन साडे माइंड चों नैक्सट आएगा कि गुरु नानक साहब मोनोथीस्ट फिलोसफी नू लैके चल रहे हैं कि पैनथीस्ट फिलोसफी नू लैके चल रहे हैं। अगर बहुत ध्यान नाल देखोगे तो शायद जवाब आएगा पैनथीस्ट है, बट इज दैट करेक्ट? I think somebody can unmute and try to give the answer also कि जो गुरु नानक साहब दी फिलोसफी है वो मोनोथीस्ट है या पैनथीस्ट है? Anybody who would like to answer it? Yeah, I would like to. Can I? Anji, please. Hello. Anji, please. देखो to start with पहले बंदा मोनो होंदा है, मैंने पूरा प्रोनाउंस करना नहीं आ रहा। पहले बंदा परमात्मा बिलीव करता है कि हाँ परमात्मा है। ਜਦੋਂ ਬੰਦਾ ਪਰਮਾਤਮਾ ਨੂੰ ਬਲੀਵ ਕਰਨਾ ਸ਼ੁਰੂ ਹੋ ਜਾਂਦਾ ਹੈ, ਉਹਦੇ ਵਿੱਚ ਲੀਨ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਫਿਰ ਉਹਨੂੰ ਅੰਦਰੋਂ ਸੋਝੀ ਪੈਂਦੀ ਹੈ ਕਿ ਸਭ ਕੁਝ ਪਰਮਾਤਮਾ ਹੈ, ਹਰ ਚੀਜ਼ ਪਰਮਾਤਮਾ ਹੈ।
पत्ता भी परमात्मा है, सोफा भी परमात्मा, सब विच परमात्मा उन्होंने नजर आता है। ते स्टार्ट विद इट इज मोनोथीसिस वो जिहड़ा वर्ड हैगा, और ਉਹਦੇ बाद ਜਿਹੜਾ लास्ट वाला है फिर वो स्टेज ਦੇ ਹਿਸਾਬ से then ਤੁਸੀਂ ਫਿਰ ਉੱਥੇ ਪਹੁੰਚ ਜਾਂਦੇ ਹੋ। दिस इज माय फीलिंग। ਵੀਰ ਜੀ ਕਮਾਲ ਦਾ ਆਨਸਰ ਦਿੱਤਾ ਤੁਸੀਂ। that is our next question also. you have already actually answered the next question. ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਿਲਕੁਲ ਕਲੀਅਰ ਅੰਡਰਸਟੈਂਡਿੰਗ ਹੈ। ਤੇ ਗੁਰੂ ਨਾਨਕ ਜੀ ਦੁਆਰਾ ਦੱਸੀ ਵਿਸ਼ਵਾਸ ਦੀ ਪ੍ਰਣਾਲੀ ਕੀ ਹੈ, ਇਹ ਸਮਝਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਅਸੀਂ ਪੜਾਂਗੇ ਤੇ ਵੱਖਰੀਆਂ ਵੱਖਰੀਆਂ ਸਟੇਜਿਸ ਦੀ ਗੱਲ ਹੋਈ ਹੈ। ਉਹ ਹਰ ਸਟੇਜ ਜਿੱਥੇ ਮੋਨੋਥੀਸਟ ਔਰ ਪੈਨਥੀਸਟ ਦੇ ਵਿਚਕਾਰ ਦਾ ਰਸਤਾ ਹੈ, ਅਸੀਂ ਆਓ ਉਹਦੇ ਬਾਰੇ ਹੁਣ ਗੱਲ ਕਰ ਲਈਏ। ਉਹ ਗੁਰੂ ਸਾਹਿਬ ਇੱਕ ਓਂਕਾਰ ਤੋਂ ਸ਼ੁਰੂ ਹੁੰਦੇ ਹਨ ਔਰ ਇੱਕ ਓਂਕਾਰ ਤੇ ਹੀ ਸਮਾਪਤੀ ਹੈ। ਉਹਨਾਂ ਨੇ ਇੱਕ ਓਂਕਾਰ ਨਹੀਂ ਬਦਲਿਆ, ਇੱਕ ਓਂਕਾਰ ਦਾ ਸਰੂਪ ਬਦਲਦਾ ਨਜ਼ਰ ਆਏਗਾ। ਇਹ ਇੱਕ ਰਿਐਲਿਟੀ ਹੈ। स्टार्ट तो लेके कंक्लूड तक एक यात्रा है, जो मार्ग है वो दोनों ही एक ओंकार हैं। बिगनिंग विच देयर इज वन ऑल पावरफुल ओमनी प्रेजेंट गॉड। दैट मीन्स असी परमात्मा नू अपने तो वखरा करके देखांगे, सानू शुरुआत उत्थों ही लैनी पेगी। असी शुरुआत कह ही नहीं सकते कि हर चीज परमात्मा। ठीक है, असी शब्द पढ़ लिया, सुन लिया, पर असी उस अवस्था तक नहीं हो सकते। असी लाख कोशिश कर लीए, ਅਸੀਂ ਇਹ ਕਹੀਏ ਕਿ ਡੇ 1 ਜਦੋਂ ਅਸੀਂ ਕਦਮ ਰੱਖਿਆ ਹੈ ਔਰ ਸਾਨੂੰ ਹੁਣ ਹਰ ਚੀਜ਼ ਪਰਮਾਤਮਾ ਲੱਗਣ ਲੱਗ ਗਈ ਹੈ, ਕਨਸੈਪਟ ਸਮਝ ਆ ਰਿਹਾ ਪਰ ਬਿਲੀਵ ਨਹੀਂ ਆ ਰਿਹਾ। ਮੈਂ ਹਰ ਇੱਕ ਪਰਮਾਤਮਾ ਨਹੀਂ ਦੇਖ ਪਾ ਰਿਹਾ, ਕਿਉਂਕਿ ਅਜੇ ਮੈਨੂੰ ਦੁਨੀਆ 'ਚ ਮਾੜੇ ਲੋਕ ਵੀ ਦਿਖ ਰਹੇ ਆ, ਚੰਗੇ ਵੀ ਦਿਖ ਰਹੇ ਆ, ਸਭ ਕੁਝ ਹੁੰਦਾ ਹੋਇਆ ਦਿਖਾਈ ਦੇ ਰਿਹਾ। ਸੋ ਫਾਈਨਲੀ ਜੋ ਸਟੇਜ ਹੋਏਗੀ, ਦੇयर इज नथिंग बट वन गॉड, ਵਿਚ ਮੀਨਸ ਪਹਿਲੇ ਤੇ ਹੀ ਐਂਡ ਕ੍ਰੀਏਸ਼ਨ ਹੈ, ਬਾਅਦ ਵਿੱਚ ਓਨਲੀ ਹੀ ਰਹਿ ਜਾਂਦਾ ਹੈ। ਉਹ ਕ੍ਰੀਏਸ਼ਨ ਵੀ ਹੋਈ ਹੈ और सब कुछ हुई है। सो शुरुआत साडे जो है गुरु नानक साहब दी फिलोसफी दी वो मोनोथीस्ट है, जिथे कंक्लूड करते हैं, जिथे जो रस्ते तो पहुंच गया उत्थे तक वो फिर पैंथीस्ट ही देख रहा होंदा है। और ये कॉन्सैप्ट सानू बिगनिंग विच ही पता होना चाहिए जदों असीं उत्थे कदम रखीए, और आहिस्ता 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 कदी वो झलकां आउणगीआं, कदी होर अगे वधेगा, कदों इंसान पूरी तरह सॉलिड होके देख पाए कि हर चीज ते परमात्मा ही है। सो पहला जो एक ओंकार है वो है एक ओंकार। एक है परमात्मा जिंदगी की क्रिएशन है, कार मीन्स क्रिएशन, ओंकार क्रिएटर एंड क्रिएशन। और जो सेकंड टाइम एक ओंकार है उहदे च ओंग एंड कार दोनों मर्ज हो चुके हैं। सो एक ओंकार हो गया, एक ओंकार बिकम्स एक ओंकार, वो एक ही हो गया। हुण वर्ड तक इको कई जगह आएगा इस्तेमाल करेंगे, एक ओंकार। सो एक ओंकार विल बी एक ओंकार। मोनोथीस तो चल के पैंथीस तक की यात्रा है, ये सानू बिल्कुल क्लीयरली पता होना चाहिए है कि साडा अपनी प्रणाली केड़ी, साडा धर्म केड़े पासे सानू ले जा रहा है। और बाकी कॉम्बिनेशंस दे बारे असी डिटेल विच नहीं जावांगे। ते इहदे बारे बड़ा स्पष्ट बयान भी है। कबीर तू तू करता तू हुआ मुझ में रहा न हूँ, जब आपा परका मिट गया जत देखो तत। यस, शुरुआत परमात्मा मैं तू तू ही करदा सी, तैनू कहंदा सी, तू सी और मैं सी। कबीर तू तू करता तू हुआ मुझ में रहा ना हूँ। अवस्था है जदों मेरे जो हूँ खत्म हो गया, जब तक हूँ नहीं खत्म होएगा मैनू बाकी दुनिया दे विच भी परमात्मा नहीं नजर आएगा, क्योंकि मैनू अपने विच भी नजर नहीं आएगा। सो कबीर तू तू करता तू हुआ मुझ में रहा ना हूँ, जब आपा परका। जदों व्हील ऑफ असी जिहदी गल कर रहे हैं कि कूड़े टुट्टे पाल, जदों वो पर्दा हटिया जत देखो तब तू, फिर परमात्मा नाल थोड़ी मिलन होया। मैनूं तो हुण हर चीज च परमात्मा ही दिख रहा। वो मिलन ते हुण उस दूसरे रूप दे विच होके सामने आया। सो ये सानू एक बेसिक और फंडामेंटल चीज़ां है जो कि पता होण नाल बाणी नूं समझना भी आसान हो जाता है। सो साडा जो बिलीफ सिस्टम है वो मोनोथीस तो बिगनिंग है और पैंथीस ते उहदा क्लोजर है। और ये ना असी कहिए कि असी सिर्फ पैंथीस्टिक हाँ, क्योंकि असी मन तो अजे हाँ नहीं, ना तो साडी होमे गई है, ना ही सानू सब दे विच परमात्मा नजर आ रहा। मैं सब दे बारे नहीं कह रहा, इत्थे मतलब अपने बारे कह रहा। ते जरूरी गल है, हो सकता है अलग अलग अवस्थावां विच साडे च बहुत सारे लोग अगे पहुंच चुके होण। हुण क्वेश्चन ये आंदा कि सच नूं जाणन दा सिर्फ इक्को रस्ता है। असी कहता साडी मोनोथीस्ट तो पैंथीस्ट वाली एक फिलोसफी है, चल रहे हैं। तो एक क्वेश्चन आ जाता कि सच नूं जाणन दा सिर्फ इक्को ही रस्ता है।
ਉੱਪਰ। ਗੁਰੂ ਸਾਹਿਬ ਦਾ ਫਰਮਾਨ ਹੈ ਸੁਖਮਨੀ ਸਾਹਿਬ, ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁਬਿਧ ਅਨੇਕ ਪ੍ਰਕਾਰ। ਈਵਨ ਸਾਡੀ ਆਪਣੀ ਫਿਲਾਸਫੀ ਦੇ ਵਿਚਕਾਰ ਵੀ ਜਦੋਂ ਅਸੀਂ ਉਸ ਰਸਤੇ ਤੇ ਆ ਤੇ ਉਸ ਫਿਲਾਸਫੀ ਤੇ ਚਲਦੇ ਹੋਏ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਵਿੱਚ ਅਸੀਂ ਵੱਖਰੇ ਵੱਖਰੇ ਤਰ੍ਹਾਂ ਦੇ ਹੋਵਾਂਗੇ, ਡਿਪੈਂਡਿੰਗ ਅਪੋਨ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਂ ਤੇਤੀ। ਸਾਡੇ ਤੇ ਆਪਸ ਵਿੱਚ ਵੀ ਇੱਕ ਨਹੀਂ ਹੋਵਾਂਗੇ, ਅਸੀਂ ਸਭ ਵੱਖਰੇ ਵੱਖਰੇ ਚੱਲ ਰਹੇ ਹੋਵਾਂਗੇ। ਗੁਰੂ ਨਾਨਕ ਸਾਹਿਬ ਦਾ ਹੱਥ ਪਕੜਿਆ ਹੋਇਆ ਹੋਏਗਾ, ਪਰ ਸਾਡਾ ਦੇਖਣ ਦਾ ਨਜ਼ਰੀਆ, ਸਮਝਣ ਦਾ ਨਜ਼ਰੀਆ, ਪਹੁੰਚਣ ਦਾ ਨਜ਼ਰੀਆ ਸਭ ਦੇ ਵੱਖਰੇ ਹੋਣਗੇ। ਕੋਈ ਦੋ ਬੰਦੇ ਅੱਜ ਤੱਕ ਪਰਮਾਤਮਾ ਕੋਲ ਇੱਕੋ ਤਰੀਕੇ ਨਾਲ ਪਹੁੰਚੇ ਹੀ ਨਹੀਂ। ਹਰ ਕੋਈ ਇਨਸਾਨ ਵੱਖਰੇ ਤਰੀਕੇ ਨਾਲ ਹੀ ਪਹੁੰਚਿਆ, ਚਾਹੇ ਉਹ ਗੁਰੂ ਨਾਨਕ ਸਾਹਿਬ ਦੇ ਪੂਰੀ ਤਰ੍ਹਾਂ ਮਾਰਗ ਤੇ ਚੱਲ ਰਿਹਾ ਹੈ। ਸੋ ਹਰ ਕੋਈ ਨਵੇਕਲੇ ਤਰੀਕੇ ਨਾਲ ਹੀ ਉੱਥੇ ਪਹੁੰਚੇਗਾ। ਨਾਨਕ ਰਚਨਾ ਪ੍ਰਭ ਰਚੀ ਬਹੁਬਿਧ ਅਨੇਕ ਪ੍ਰਕਾਰ। ਪੁੱਛੋ ਹੀ ਨਾ ਤੁਸੀਂ ਕਿੰਨੀ ਪ੍ਰਕਾਰ ਨਾਲ ਰਚਿਆ, ਤਾਂ ਕਿ ਉਹਦਾ ਅੰਤ ਹੀ ਨਹੀਂ ਪਾ ਸਕਦੇ ਤੇਰੀ ਉਸਤਤ ਕਿਸ ਕਿਸ ਤਰ੍ਹਾਂ ਨਾਲ ਕਰਨਗੇ। ਤੋ ਕੋਈ ਇੱਕ ਰਸਤਾ ਹੋ ਸਕਦਾ, ਯੈਸ ਸਾਡੇ ਲਈ ਇੱਕ ਰਸਤਾ ਹੈ, ਹੋਰਾਂ ਲਈ ਹੋਰ ਰਸਤਾ ਹੋ ਸਕਦਾ। ਉਸ ਰਸਤੇ ਦੇ ਉੱਤੇ ਵੀ ਪੂਰੀ ਵੈਰਾਈਟੀ ਹੈ। ਉਸ ਰਸਤੇ ਤੇ ਚੱਲਦੇ ਹੋਏ ਵੀ ਕੋਈ ਦੋ ਮਨੁੱਖ ਇੱਕੋ ਜਿਹੇ ਨਹੀਂ ਚੱਲ ਰਹੇ। ਹੁਣ ਜੋ ਇਹਦੇ ਤੇ ਸਾਨੂੰ ਸਮਝ ਲੈਣ ਵਾਲੀ ਗੱਲ ਹੈ ਉਹ ਇਹ ਹੈ ਕਿ ਸਿੱਖ ਜਾਂ ਫਿਰ ਸਿੱਖ ਨਾ ਹੋ ਕੇ ਕੋਈ ਵੀ ਹੋਏ, ਉਹਦੀ ਰੱਬ ਤੇ ਕੋਈ ਮੋਨੋਪੋਲੀ ਨਹੀਂ ਹੈ। ਸਭ ਨੂੰ ਪਹਿਲਾਂ ਇਹ ਸਮਝ ਲਈਏ, ਕਿਤੇ ਅਸੀਂ ਗਲਤ ਫਹਿਮੀ ਚ ਹੋਈਏ ਕਿ ਸਾਡੀ ਰੱਬ ਤੇ ਮੋਨੋਪੋਲੀ ਹੈ, ਕਿਉਂਕਿ ਸਾਡੇ ਕੋਲ ਗੁਰੂ ਨਾਨਕ ਸਾਹਿਬ ਹੈ। ਸਾਡੀ ਕੋਈ ਮੋਨੋਪੋਲੀ ਨਹੀਂ ਹੈ। ਰੱਬ ਸਾਰਿਆਂ ਲਈ ਹੈ, ਉਹ ਸਾਰਿਆਂ ਨੂੰ ਹੀ ਬਿਲੋਂਗ ਕਰਦਾ ਹੈ। ਐਂਡ ਦੇਰ ਆਰ ਡਿਫਰੈਂਟ ਵੇਜ਼ ਟੂ ਆਈਡੈਂਟੀਫਾਈ ਦਾ ਮਿਸ਼ਨ ਆਫ ਲਾਈਫ ਐਂਡ ਟੂ ਰੀਚ ਦੈਟ ਮਿਸ਼ਨ। ਹਾਲਾਂਕਿ ਸਾਡਾ ਜੋ ਮੋਡਿਊਲ 3 ਹੈ ਉਹ ਮਿਸ਼ਨ ਆਫ ਲਾਈਫ ਉੱਤੇ ਹੀ ਹੈ, ਅਸੀਂ ਉਹਦੇ ਬਾਰੇ ਬਹੁਤ ਡਿਟੇਲ 'ਚ ਗੱਲ ਕਰਾਂਗੇ। ਤੇ ਜਿਹੜੇ ਜਿਹੜੇ ਮਿਸ਼ਨ ਵੀ ਰੱਖੇ ਗਏ ਹੋਣਗੇ ਉਸ ਰਸਤੇ ਤੇ ਕਿੱਥੇ ਲੈ ਜਾਣਗੇ, ਕਿੱਥੇ ਪਹੁੰਚਣਗੇ, ਕੀ ਹੋਏਗਾ, ਉਹ ਸਭ ਦਾ ਇੱਕ ਇੰਡੀਪੈਂਡੈਂਟ ਤਰੀਕਾ ਹੋ ਸਕਦਾ ਹੈ। ਔਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਉਹ ਸਾਰੇ ਦੇ ਸਾਰੇ ਪ੍ਰਵਾਨ ਔਰ ਸਾਨੂੰ ਬੜੇ ਰਿਸਪੈਕਟਫੁਲ ਹੈ, ਕੋਈ ਦਿੱਕਤ ਨਹੀਂ ਹੈ, ਕਿਉਂਕਿ ਪਰਮਾਤਮਾ ਵੀ ਨਿਰਵੈਰ ਹੈ। ਉਹਨੇ ਕਿਸੇ ਨਾਲ ਇਹ ਨਹੀਂ ਕਿ ਇਸ ਰਸਤੇ ਤੋਂ ਆਇਆ, ਉਹਨੇ ਕੁਝ ਹੋਰ ਹੀ ਦੇਖਣਾ ਹੈ। ਜੋ ਉਹਨੇ ਦੇਖਣਾ ਉਹ ਕਿਤੋਂ ਲੱਭ ਲੇਗਾ। ਪਰਮਾਤਮਾ ਜਿਸ ਚੀਜ਼ ਦੇ ਜਿਹੜੇ ਕਰਮਾਂ ਨੂੰ ਦੇਖ ਰਿਹਾ ਹੈ, ਪਰਮਾਤਮਾ ਦੇਖ ਹੀ ਲੇਗਾ। ਸਾਨੂੰ ਗੁਰੂ ਨਾਨਕ ਸਾਹਿਬ ਨੇ ਸੌਖਾ ਰਸਤਾ ਬਣਾ ਕੇ ਦਿੱਤਾ ਹੈ, ਇਹਦਾ ਮਤਲਬ ਇਹ ਨਹੀਂ ਦੂਸਰਿਆਂ ਕੋਲ ਕੋਈ ਰਸਤਾ ਹੈ ਹੀ ਨਹੀਂ ਹੈ। ਤੇ ਜੋ ਉਹਨਾਂ ਦਾ ਰਸਤਾ ਹੈ ਉਹ ਉਹਨਾਂ ਨੂੰ ਮੁਬਾਰਕ, ਸਾਡੀ ਕੋਈ ਪ੍ਰੋਬਲਮ ਨਹੀਂ ਹੈ। ਅਸੀਂ ਇਹ ਨਾ ਕਹੀਏ ਕਿ ਰੱਬ ਤੇ ਸਾਡੀ ਮਨੋਪਲੀ ਹੈ, ਸਿਰਫ ਅਸੀਂ ਪਹੁੰਚ ਸਕਦੇ ਹਾਂ। ਤੇ ਜਿੱਥੇ ਤੱਕ ਹੈ ਜਿਹੜੇ ਵੀ ਰਸਤੇ ਹੈ ਉਹ ਸਭ ਪ੍ਰਵਾਨਿਤ ਹੈ, ਪਰ ਉਹ ਗੱਲ ਵੱਖਰੀ, ਅਸੀਂ ਨਹੀਂ ਜਾਣਦੇ ਉਹ ਕਿੱਥੇ ਪਹੁੰਚਣਗੇ ਕਿੱਥੇ ਨਹੀਂ, ਬਟ ਵੀ ਰਿਸਪੈਕਟ ਆਲ ਆਫ ਦੈਮ। ਹੁਣ ਇਹ ਗੱਲ ਆਉਂਦੀ ਹੈ, ਜੇ ਇਹ ਗੱਲ ਹੀ ਹੈ ਤੇ ਫਿਰ ਗੁਰੂ ਸਾਹਿਬਾਨ ਹੋਰ ਧਰਮਾਂ ਨੂੰ ਕਿਵੇਂ ਦੇਖਦੇ ਹਨ? ਆਫਟਰ ਆਲ ਬਾਕੀ ਵੀ ਤੇ ਧਰਮ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਕਿਵੇਂ ਦੇਖਿਆ? ਤੇ ਇੱਥੇ ਜੋ ਗੁਰੂ ਸਾਹਿਬ ਦਾ ਫਰਮਾਨ ਹੈ, ਜਗਤ ਜਲਨ ਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿੱਤੇ ਲੇਹੋ ਉਬਾਰ। ਪਰਮਾਤਮਾ ਜਗਤ ਤੇਰੇ ਨਾਲ ਜਦੋਂ ਨਹੀਂ ਜੁੜਦਾ ਤੇ ਉਹ ਜਲ ਰਿਹਾ, ਜਦੋਂ ਜੁੜ ਰਿਹਾ ਉਹ ਨਹੀਂ ਜਲ ਰਿਹਾ। ਆਫਕੋਰਸ ਜਗਤ ਜਲਨ ਦਾ ਰੱਖ ਲੈ, ਕਿਉਂਕਿ ਜਗਤ ਦੇ ਜਿਹੜੇ ਮੈਜੋਰਿਟੀ ਹੈ ਇਟਸ ਬਰਨਿੰਗ ਇਨ ਦਾ ਫਾਇਰ ਆਫ ਈਗੋ ਪਲੱਸ ਜਿਹੜੀਆਂ ਬਾਕੀ ਵਾਈਸਿਸ ਹੈ। ਤੇ ਜਿਸ ਦੁਆਰੇ ਤੂੰ ਪਰਮਾਤਮਾ ਤੇਰੇ ਤੱਕ ਪਹੁੰਚਣਾ ਚਾਹੁੰਦਾ, ਤੂੰ ਪਲੀਜ਼ ਉਹਨੂੰ ਲੈ, ਉਹਨੂੰ ਐਕਸੈਪਟ ਕਰ, ਉਹਨੂੰ ਠੰਡ ਪਾ, ਉਹਨੂੰ ਰਸਤਾ ਦੇ। ਤੇ ਗੁਰੂ ਸਾਹਿਬ ਬੜੇ ਖੁੱਲੇ ਵਿਚਾਰਾਂ ਦੇ ਨੇ, ਉਹ ਜਿੱਥੋਂ ਜੋ ਜਾਣਾ ਚਾਹੁੰਦਾ ਉਹਦੇ ਲਈ ਅਰਦਾਸ ਕਰ ਰਹੇ ਨੇ, ਪਰਮਾਤਮਾ ਉਹਨਾਂ ਨੂੰ ਵੀ ਲੈ ਲੈ। ਉਹ ਜਿਹੜੇ ਵੀ ਰਸਤੇ ਤੂੰ ਆਉਣਾ ਚਾਹੁੰਦੇ ਆ ਉਹਨਾਂ ਨੂੰ ਆਪਣੀ ਸ਼ਰਨ 'ਚ ਲਓ। ਤੇ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਔਰ ਉਹ ਅਰਦਾਸ ਕਰ ਰਹੇ ਨੇ, ਰਿਕੁਐਸਟ ਕਰ ਰਹੇ ਨੇ, ਪਰਮਾਤਮਾ ਸਭ ਨੂੰ ਜਿਹੜੇ ਜਿਸ ਰਸਤੇ ਤੋਂ ਆਉਣਾ ਹੈ ਉਹਨਾਂ ਨੂੰ ਤੁਸੀਂ ਆਪਣੀ ਸ਼ਰਨ ਵਿੱਚ ਲਓ। ਹੁਣ ਅਸੀਂ ਇਹ ਦੇਖੀਏ ਕਿ ਜਦੋਂ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਰਿਸਪੈਕਟ ਦਿੱਤੀ ਹੈ। ਅਸੀਂ ਸਭ ਜਾਣਦੇ ਹਾਂ ਕਿ ਗੁਰੂ ਸਾਹਿਬ ਦੇ ਵਿੱਚ ਭਗਤਾਂ ਦੀ ਬਾਣੀ ਵੀ ਹੈ। 549 ਕਰੀਬ 550 ਹੀਮਸ ਨੇ 15 ਭਗਤਾਂ ਦੇ, ਔਰ ਇਹ ਭਗਤਾਂ ਦੇ ਜਿਹੜੇ ਫੇਥ ਹੈ ਉਹ ਵੀ ਬਿਲਕੁਲ ਪਿੱਛੋਂ ਵੱਖਰੇ ਹੈ। ਉਹਨਾਂ ਦੀ ਸੋਸ਼ਲ ਕਲਾਸ ਵੱਖਰੀ ਹੈ, ਉਹਨਾਂ ਵਿੱਚ ਨਾਈ ਵੀ ਹੈ, ਉਹਨਾਂ ਵਿੱਚ ਬੁੱਚਰ ਵੀ ਹੈ, ਉਹਨਾਂ ਵਿੱਚ ਵੀਵਰ ਹੈ, ਰਾਜੇ ਹੈ, ਸੰਤ ਹੈ, ਬ੍ਰਾਹਮਣ ਹੈ, ਸ਼ੂ ਮੈਂਡਰ ਮਤਲਬ ਕਿ ਮੋਚੀ ਵੀ ਹਨ। ਉਹਨਾਂ ਨੇ ਕੋਈ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਕਿ ਇਹ ਮੁਸਲਿਮ ਹੈ ਕਿ ਸਿੱਖ ਹੈ ਔਰ ਹਿੰਦੂ ਹੈ, ਸੂਫੀ ਹੈ ਕਿ ਕੁਝ ਹੋਰ ਹੈ। ਜੋ ਵੀ ਗੁਰੂ ਸਾਹਿਬ ਦੀ ਫਿਲਾਸਫੀ ਦੇ ਨਾਲ ਮੋਨੋਥੀਸਟ ਤੋਂ ਪੈਨਥੀਸਟ ਵੱਲ ਜਾਣ ਵਾਲੀ ਫਿਲਾਸਫੀ, ਜਿਹਦੇ ਕਿ ਫਾਈਨਲੀ ਇੱਕ ਪਰਮਾਤਮਾ ਦੀ ਹੀ ਜੋ ਗੱਲ ਕਰ ਰਿਹਾ ਉਹਨੂੰ ਨਾਲ ਲੈ ਲਿਆ।
ਔਰ ਉਹਨਾਂ ਨੂੰ ਛੋੜ ਦਿੱਤਾ ਜੋ ਇਸ ਫਿਲਾਸਫੀ ਤੇ ਨਹੀਂ ਸਨ, ਪਰ ਉਹਨਾਂ ਨੂੰ ਮਾੜਾ ਨਹੀਂ ਕਿਹਾ। ਇਹ ਆਪਣੇ ਆਪ ਦੇ ਵਿੱਚ ਸੈਕੂਲਰਿਜ਼ਮ ਦਾ 500 ਸਾਲ ਤੋਂ ਪੁਰਾਣਾ ਪਹਿਲਾ ਐਗਜ਼ਾਮਪਲ ਹੈ, ਲਿਵਿੰਗ ਐਗਜ਼ਾਮਪਲ ਹੈ, ਜਿੱਥੇ ਗੁਰਬਾਣੀ ਦੇ ਅੰਦਰ 15 ਭਗਤਾਂ ਦੀ ਬਾਣੀ ਹੈ ਔਰ ਉਹ 15 ਭਗਤ ਬਹੁਤ ਸਾਰੇ ਉਹਨਾਂ ਤੋਂ ਗੁਰੂ ਸਾਹਿਬਾਨ ਤੋਂ ਪਹਿਲੇ ਹੋਏ ਹਨ। ਤੇ ਅਸੀਂ ਇਹ ਵੀ ਚੈਲੰਜ ਨਹੀਂ ਕਰਦੇ ਕਿ ਉਸ ਤੋਂ ਪਹਿਲਾਂ ਗੁਰੂ ਸਾਹਿਬ ਤੋਂ ਪਹਿਲਾਂ ਕਿਸੇ ਨੇ ਕੋਈ ਪਰਮਾਤਮਾ ਨੂੰ ਪਾਇਆ ਨਹੀਂ ਸੀ। ਸੋ ਐਸੇ ਕਈ ਭਗਤ ਨੇ ਜਿਹੜੇ ਪਰਮਾਤਮਾ ਤੱਕ ਪਹੁੰਚੇ ਸਨ। ਸੋ ਬੜੀ ਰਿਸਪੈਕਟਫੁਲੀ ਉਹਨਾਂ ਨੇ ਇੱਕ ਤਰ੍ਹਾਂ ਦਾ ਮੈਸੇਜ ਵੀ ਨਾਲ ਦੇ ਦਿੱਤਾ, ਜਿੱਥੇ ਉਹਨਾਂ ਦੀ ਬਾਣੀ ਨੂੰ ਲੈ ਕੇ, ਬਾਣੀ ਨੂੰ ਆਪਣੇ ਆਪ ਨਾਲ ਇੱਕ ਤਰ੍ਹਾਂ ਨਾਲ ਸੋਹਣਾ ਜਿਹਾ ਬੋਕੇ ਬਣ ਜਾਂਦਾ, ਜਿਵੇਂ ਹਰ ਇੱਕ ਤਰ੍ਹਾਂ ਦੇ ਫੁੱਲ ਹੁੰਦੇ ਨੇ। ਨਾਲ ਇਹ ਵੀ ਮੈਸੇਜ ਦਿੱਤਾ ਵੀ ਕਿਤੇ ਤੁਸੀਂ ਇਸ ਹੰਕਾਰ 'ਚ ਨਾ ਆ ਜਾਣਾ ਕਿ ਗੁਰੂ ਨਾਨਕ ਹੀ ਗੁਰੂ ਨਾਨਕ ਹੈ, ਬਲਕਿ ਕੋਈ ਵੀ ਤੁਹਾਨੂੰ ਜੋ ਵੀ ਠੀਕ ਰਾਹ ਤੇ ਪਾ ਰਿਹਾ ਹੈ ਉਹ ਵੀ ਨਾਲ ਚੱਲਣ ਨੂੰ ਤਿਆਰ ਤੁਸੀਂ ਹੋਣੇ ਚਾਹੀਦੇ ਹੋ, ਅਗਰ ਉਹ ਤੁਹਾਡੀ ਫਿਲਾਸਫੀ ਦੇ ਨਾਲ ਕਲੈਸ਼ ਨਹੀਂ ਕਰ ਰਿਹਾ। ਸੋ ਇਹ ਇੱਕ ਤਰ੍ਹਾਂ ਦਾ ਸਾਨੂੰ ਸਮਝਣਾ ਪਏਗਾ ਇਹਦਾ ਡੀਪਰ ਐਸਪੈਕਟ ਕੀ ਹੈ। ਸਿਰਫ ਬਾਣੀ ਨੂੰ ਹੀ ਨਹੀਂ ਲਿਆ, ਇੱਕ ਮੈਸੇਜ ਵੀ ਨਾਲ ਲਿਆ ਕਿ ਕਿਸੇ ਨੂੰ ਛੋੜਨਾ ਨਹੀਂ ਹੈ, ਸਭ ਨੂੰ ਨਾਲ ਲੈ ਕੇ ਚੱਲਣਾ ਹੈ, ਅਗਰ ਉਹ ਸਾਡੇ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਦੇ ਨਾਲ ਮੈਚ ਖਾਂਦਾ। ਹੁਣ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈ ਜੋ ਅੱਜ 2-4 ਦਿਨ ਤੋਂ ਜ਼ਿਆਦਾ ਡਿਸਕਸ਼ਨ 'ਚ ਵੀ ਆ ਗਿਆ ਕਿ ਸਿੱਖ ਧਰਮ ਵਿੱਚ ਦੇਵੀ ਦੇਵਤਿਆਵਾਂ ਨੂੰ ਕਿਵੇਂ ਮੰਨਿਆ ਜਾਂਦਾ ਹੈ। ਹਾਊ ਆਰ ਡੀਟੀਜ਼ ਐਂਡ ਡੈਮੀਗॉड्स ਪਰਸੀਵਡ ਇਨ ਸਿੱਖ ਫੇਥ। ਔਰ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਬਾਣੀ 'ਚ ਇੱਕ ਜਗ੍ਹਾ ਨਹੀਂ, ਦੋ ਜਗ੍ਹਾ ਨਹੀਂ, ਐਟ ਹੰਡਰਡਸ ਆਫ ਪਲੇਸਿਸ ਦੇਵੀ ਦੇਵਤਾਵਾਂ ਦਾ ਜ਼ਿਕਰ ਆਇਆ ਹੈ, ਭਗਵਾਨਾਂ ਦਾ ਵੀ ਜ਼ਿਕਰ ਆਇਆ ਹੈ। ਔਰ ਅਗਰ ਅਸੀਂ ਇਸ ਐਸਪੈਕਟ ਨੂੰ ਸਮਝਾਂਗੇ ਨਹੀਂ ਤੇ ਅਸੀਂ ਕਿਤੇ ਬਾਣੀ ਨੂੰ ਸਮਝਣ ਵਿੱਚ ਵੀ ਧੋਖਾ ਖਾ ਜਾਵਾਂਗੇ। ਸਾਨੂੰ ਇਹ ਐਸਪੈਕਟ ਬੜੀ ਕਲੀਅਰਲੀ ਪਤਾ ਹੋਣਾ ਚਾਹੀਦਾ ਸੋ ਦੈਟ ਅਸੀਂ ਬਾਣੀ ਪੜ੍ਹਦੇ ਵੇਲੇ ਇਹ ਸਮਝ ਸਕੀਏ ਕਿ ਇਹਦਾ ਪਰਸਪੈਕਟਿਵ ਕੀ ਹੈ, ਇਹ ਗੱਲ ਕਿਉਂ ਕੀਤੀ ਗਈ ਹੋਏਗੀ। ਇਹਦੇ 'ਚ ਅਗਰ ਅਸੀਂ ਕੁਝ ਐਗਜ਼ਾਮਪਲਸ ਲਈਏ, ਗਾਵੇ ਤੁਹਨੋ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬਰਮਾ ਦੇਵੀ, ਸੋਹਨ ਤੇਰੇ ਸੋਹਨ ਸਦਾ ਸਵਾਰੇ, ਗਾਵੇ ਇੰਦ ਇੰਦਾਸਣ ਬੈਠੇ ਦੇਵਤੀਆਂ ਦਰਨਾਲੇ। ਜਪਜੀ ਸਾਹਿਬ ਵਿੱਚ ਤੇ ਰਾਜ ਸਾਹਿਬ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਔਰ ਉੱਥੇ ਬਹੁਤ ਸਾਰੇ ਡੀਟੀਜ਼ ਦੀ ਜਾਂ ਦੇਵਤਾਵਾਂ ਦੀ, ਦੇਵੀਆਂ ਦੀ ਗੱਲ ਹੋਈ ਹੈ। ਔਰ ਇਹ ਸਾਰਿਆਂ ਦੀਆਂ ਸਾਰੀਆਂ ਪਰਮਾਤਮਾ ਦੀ ਇੱਕ ਜਾਂ ਕੋਈ ਨਾ ਕੋਈ ਪਾਵਰ ਨੂੰ ਰਿਪਰੈਜ਼ੈਂਟ ਕਰ ਰਹੇ ਹਨ। ਥੋੜਾ ਅਸੀਂ ਹੋਰ ਡਿਟੇਲ 'ਚ ਡਿਸਕਸ ਕਰਾਂਗੇ ਇਹਨੂੰ ਬਾਅਦ 'ਚ। ਵਾਜੇ ਪਾਉਣ ਤੇ ਆਪ ਵਜਾਏ, ਸਿਵ ਸ਼ਕਤੀ ਦੇਹੀ ਮਹਿ ਪਾਏ, ਗੁਰ ਪ੍ਰਸਾਦੀ ਉਲਟੀ ਹੋਵੇ, ਗਿਆਨ ਰਤਨ ਸਬਦ ਤਾਹਾ ਹੈ। ਗੁਰੂ ਅਮਰਦਾਸ ਪਾਤਸ਼ਾਹ ਦਾ 1056 ਅੰਕ ਤੇ ਹੈ, ਜਿੱਥੇ ਸਿਵ ਵਰਡ ਆਤਮਾ ਲਈ ਆਇਆ ਹੈ, ਸ਼ਕਤੀ ਵਰਡ ਇਲੂਜਨ ਲਈ ਆਇਆ ਹੈ। ਦੈਟ ਮੀਨਸ ਪਰਮਾਤਮਾ ਨੇ ਆਤਮਾ ਦਿੱਤੀ, ਨਾਲ ਦੇ ਨਾਲ ਇਲੂਜਨ ਵੀ ਦਿੱਤਾ। ਆਤਮਾ ਨੂੰ ਕਨਫਿਊਜ਼ ਵੀ ਹੋ ਸਕਦੀ ਹੈ ਕਿਉਂਕਿ ਸਾਹਮਣੇ ਇਲੂਜਨ ਹੈ। शिव शक्ति देही मह पाए, आत्मा भी पाई, एक तरह का इल्यूजन भी पाया है। और इस शब्द की बहुत मैं डिटेल च नहीं जा रहा, पर शिव और शक्ति दोनों वर्ड इत्थे आए हैं। गुरु तेग बहादुर साहब का असी सब जानते हैं, श्लोक चंदा है, राम गयो रावण गयो जाको बहु परिवार, कहो नानक फिर कछ नहीं सुपने जो संसार। इत्थे राम और रावण भी किंग ऑफ ए प्लेस के तौर पर इत्थे आए हैं, वो असी सब अच्छी तरह समझते हैं। इत्थे फिर शिव सकते सख्त मिटाया चूका अंधियारा, इत्थे शिव दे ववे नू सिहारी है, जो कि पहले वो जो सी मुक्ता सी, जो सैकेंड साडी एग्जाम्पल है। इत्थे जो सख्त है उहदे विच भी सिहारी है, जो कि पहले बिहारी सी। सो शिव सकत मिटाया चूका अंधियारा, इत्थे शिव सकत कंबाइंड एज ए इल्यूजन आया है। शिव सकत मिटाया चूका अंधियारा, जदों इल्यूजन खत्म होया ते अंधेरा भी खत्म हो गया। ये भी गुरु अमरदास पातशाह का 163 अंक ते शब्द है। और असी जानते ही हाँ कि जपजी साहिब विच आंदा है, गुर ईसर गुर गोरख बर्मा गुर पार्वती माई। इसकी व्याख्या भी हो चुकी है कि गुरु ही ईश्वर है, गुरु ही गोरख है और गुरु ही बर्मा और पार्वती माई, मतलब कि पार्वती भी है और लक्ष्मी भी है, कि अपने लिए सब कुछ गुरु ही है। और इत्थे भी शक्तियां दा ही जिक्र होया है। ये हुण सानू किस तरह समझना इस चीज़ नूं, ये बहुत जरूरी चीज़ है, क्योंकि किते ना किते सानू समझ नहीं आया तो असीं किते ना होए माइंड दे विचकार एक
ਮੂਰਤੀ ਦੇ ਬਣਾਈ ਹੋਈ ਸ਼ਿਵ ਦੀ ਮੂਰਤੀ ਦਿਮਾਗ 'ਚ ਆ ਰਹੀ ਹੋਏ ਜਾਂ ਕੋਈ ਪਾਰਵਤੀ ਦੀ ਮੂਰਤੀ ਸਾਡੇ ਦਿਮਾਗ 'ਚ ਜਾਂ ਕੋਈ ਪਿਕਚਰ ਬਣ ਰਹੀ ਹੋਏ, ਔਰ ਇਹਨਾਂ ਦਾ ਜ਼ਿਕਰ ਵੀ ਕਿਉਂ ਕੀਤਾ ਗੁਰੂ ਸਾਹਿਬ ਨੇ, ਇਹ ਸਾਨੂੰ ਪਤਾ ਹੋਣਾ ਵੀ ਜ਼ਰੂਰੀ ਹੈ। ਦੇਖੋ ਗੁਰੂ ਸਾਹਿਬਾਨ ਦੇ ਜਦੋਂ ਇਹ ਦੇਖਿਆ ਕਿ ਪਰਮਾਤਮਾ ਦੀਆਂ ਅਣਗਿਣਤ ਸ਼ਕਤੀਆਂ ਹਨ, ਤੇ ਜਦੋਂ ਕਦੀ ਕਿਸੇ ਇੱਕ ਪਾਰਟਿਕੂਲਰ ਸ਼ਕਤੀ ਦਾ ਵਰਣਨ ਕਰਨਾ ਹੈ ਤੇ ਉਹ ਜੋ ਪ੍ਰਚਲਿਤ ਨਾਂ ਹੈ ਉਸੇ ਨਾਲ ਵਰਣਨ ਕਰ ਦਿੰਦੇ ਸੀ ਵੀ ਤੁਸੀਂ ਕ੍ਰੀਏਸ਼ਨ ਨੂੰ ਬ੍ਰਹਮਾ ਕਹਿੰਦੇ ਹੋ, ਠੀਕ ਹੈ। ਜਿੱਥੇ ਕ੍ਰੀਏਟਿਵ ਪਾਵਰ ਦੀ ਗੱਲ ਆਏਗੀ ਪਰਮਾਤਮਾ ਦੀ, ਵਰਡ ਬ੍ਰਹਮਾ ਇਸਤੇਮਾਲ ਕਰਨ 'ਚ ਵੀ ਕੋਈ ਦਿੱਕਤ ਨਹੀਂ। ਇਹਦਾ ਮਤਲਬ ਇਹ ਨਹੀਂ ਹੈ ਕਿ ਬ੍ਰਹਮਾ ਕੋਈ ਸਰੀਰਕ ਤੌਰ ਤੇ ਬੈਠੇ ਹੋਏ ਆ ਔਰ ਤੂੰ ਬ੍ਰਹਮਾ ਕੰਟਰੋਲ ਕਰ ਰਿਹਾ ਕ੍ਰੀਏਸ਼ਨ ਨੂੰ, ਐਸਾ ਸਾਡੇ ਮਾਈਂਡ ਵਿੱਚ ਕੋਈ ਵਿਚਾਰ ਵੀ ਨਹੀਂ ਆਉਣਾ ਚਾਹੀਦਾ। ਵਰਡ ਬ੍ਰਹਮਾ ਦਾ ਮਤਲਬ ਹੈ ਦਾ ਕ੍ਰੀਏਟਿਵ ਪਾਵਰ ਆਫ ਗॉड, ਕਿਉਂਕਿ ਗੁਰੂ ਸਾਹਿਬ ਆਪਣੀ ਤਰਫੋਂ ਕੋਈ ਨਵਾਂ ਨਾਂ ਦੇਣ ਤੇ ਬੈਟਰ ਹੈ ਕਿ ਜਿਹੜੇ ਪ੍ਰਚਲਿਤ ਨਾਂ ਹੈ ਉਹਨਾਂ ਨੂੰ ਲੈਣ। ਜਿਵੇਂ ਕਿ ਪਹਿਲੇ ਵੀ ਅਸੀਂ ਦੇਖਿਆ ਡੂਅਲਿਜ਼ਮ ਔਰ ਪਲੂਰਲਿਜ਼ਮ ਨੂੰ ਮੋਨਿਜ਼ਮ ਨਾਲ ਕਿੰਨਾ ਸੋਹਣਾ ਜੋੜ ਦਿੰਦੇ ਆ ਜੋ ਲੋਕਾਂ ਦੇ ਵਿਚਾਰ ਹੈ। ਇੱਥੇ ਵੀ ਉਹ ਜੋ ਪ੍ਰਚਲਿਤ ਨਾਵਾਂ ਨੇ ਉਹਨਾਂ ਨੂੰ ਲੈਂਦੇ ਆ ਔਰ ਵਾਪਸ ਲਿਆ ਕੇ ਇੱਕ ਪਰਮਾਤਮਾ ਨਾਲ ਜੋੜ ਦਿੰਦੇ ਆ। ਪਰ ਤੁਸੀਂ ਪੂਰੇ ਸ਼ਬਦ ਨੂੰ ਜਦੋਂ ਲੈ ਕੇ ਚੱਲਾਂਗੇ ਤੇ ਦੇਖਾਂਗੇ ਉਹ ਇੱਕ ਪਰਮਾਤਮਾ ਨਾਲ ਜੁੜਨ ਦੀ ਹੀ ਗੱਲ ਕਰ ਰਹੇ ਹਾਂ। ਅਸੀਂ ਇਸ ਐਗਜ਼ਾਮਪਲ ਨੂੰ ਥੋੜਾ ਇਲੋਬਰੇਟ ਕਰਕੇ ਦੇਖਦੇ ਹਾਂ। ਜਪਜੀ ਸਾਹਿਬ ਚੋਂ ਆਂਦਾ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਔਰ ਇਹ ਯਾਦ ਰਹੇ ਤੇ ਪ੍ਰਵਾਨ ਸ਼ਬਦ ਦਾ ਬਹੁਤ ਵੱਡਾ ਮਹੱਤਵ ਹੈ। ਉਹ ਕਹਿੰਦੇ ਇਟ ਇਜ਼ ਬਿਲੀਵਡ, ਤੁਸੀਂ ਅਸੀਂ ਮੰਨਦੇ ਆ, ਮੰਨ ਲੈਂਦੇ, ਬਿਲੀਫ ਹੀ ਹੈ ਨਾ, ਪ੍ਰਵਾਨ ਕਰ ਲੈ ਵੀ ਚਲੋ ਇਹ ਬਿਲੀਫ ਹੈ। ਅਸੀਂ ਇਹ ਨਹੀਂ ਕਹਿ ਰਹੇ ਉਹ ਹੈ ਜਾਂ ਨਹੀਂ ਹੈ, ਇੱਕ ਬਿਲੀਫ ਤੇ ਹੈ। It is believed that the Divine Mother through a trick conceived and gave birth to three deities, one the creator, one the sustainer and one the destroyer. ਇੱਥੇ ਰੁਕ ਜਾਣਾ, ਇੱਥੇ ਰੁਕ ਕੇ ਸਮਝਣਾ ਕਿ ਉਹ ਸਾਨੂੰ ਇੱਕ ਭੇਦ ਖੋਲ ਰਹੇ ਹਨ। ਉਹ ਇਹ ਭੇਦ ਖੋਲ ਰਹੇ ਵੀ ਤੁਸੀਂ ਜਿਸ ਤਰ੍ਹਾਂ ਉਹਦੀਆਂ ਤਿੰਨ ਬੇਸਿਕ ਪਾਵਰ ਹੈ, ਗੁਰੂ ਸਾਹਿਬ ਨੇ ਵੀ ਮੰਨਿਆ ਤਿੰਨ ਬੇਸਿਕ ਪਾਵਰ ਹੈ ਨੇ, ਐਕਸੈਪਟਡ। परमात्मा की क्रिएशन की पावर है, सस्टेन करन की पावर है और डिस्ट्रॉय करन की पावर है। तीनों पावर दे इस क्रिएशन के लिए जरूरी सन, और जो कि कंटिन्यूसली हो रहा है। कंटिन्यूसली क्रिएशन हो रही है, कंटिन्यूसली लाइफ सस्टेन हो रही है, कंटिन्यूसली लाइफ डिस्ट्रॉय भी हो रही है। जिवें उस दिन वीर जी ने समझाया सी कि ये कंटिन्यूस हो रहा, हर सैल के अंदर हो रहा, और एक तरह की पावर है जो हर सैल के विचकार, एक सैल के अंदर नवीं चीज़ां बन रही हैं, सस्टेन हो रहा, सैल खत्म भी हो रहे हैं, सैल मर भी रहे हैं, नवे सैल आ रहे हैं। और ये तीनों पावर जिहड़ियां गुरु साहब ने दसियां वो हर एक जगह ते व्यापक तौर ते फैलियां हुई हैं। सो एका माई जुगत व्याई तिन चेले परवान, एक संसारी एक भंडारी एक लाए दी बाण। एक जिहड़ा है वो क्रिएटर है, एक सस्टेनर है, एक डिस्ट्रॉयर है। ते असीं कि सिर्फ परमात्मा दी तीन पावर की गल कर रहे हैं, असीं ते बेअंत पावर की गल की और तीन की भी गल कर रहे हैं। तीन का मतलब इस तो इलावा चौथी तो लभनी वाकई मुश्किल है, क्योंकि अगर तीन ही पावर हैं, क्रिएटर है, सस्टेनर है, डिस्ट्रॉयर है, तीन है, तीन तो इलावा चौथी तो दिमाग च भी कोई नहीं आती, तो किहड़ी पावर की गल कर रहे हैं फिर असीं? वो तो बेअंत भी कह रहे हैं, सानू थोड़ा होर अगे चलना पेगा। परमात्मा दियां अनगिनत पावर्स ही हैं, उन्हों का कुछ पावर्स का कॉम्बीनेशन एज ए क्रिएटर है। दैट मीनस उन्होंने पावर्स को मिला के परमात्मा एज ए क्रिएटर सानू उदी पावर नू देखना है। कुछ होर पावर्स के कॉम्बीनेशन का सस्टेनर है, कुछ तीसरियां दे पावर्स नू असीं कंबाइन करते हैं तो डिस्ट्रॉयर भी है। ये तीन जिहड़ियां पावर इंज कह सकते हो जिवें कंपनी च ऑर्गेनाइजेशन चार्ट हुंदा, उत्थे ਤੁਸੀਂ ਤਿੰਨ ਵੱਡੇ ਡਿਪਾਰਟਮੈਂਟਲ ਮੈਨੇਜਰ ਹੋ ਗਏ, ਉਹਦੇ ਨੀਚੇ ਹੋਰ ਡਿਪਾਰਟਮੈਂਟ, ਉਹਦੇ ਨੀਚੇ ਹੋਰ, ਥੱਲੇ ਚਲਦੇ ਚਲਦੇ ਬੇਅੰਤ ਬੰਦੇ ਕੰਮ ਕਰ ਰਹੇ ਆ ਉਸ ਤਰ੍ਹਾਂ ਦੀ ਗੱਲ ਹੈ। ਹੁਣ ਅਸੀਂ ਇਹਨੂੰ ਫਰਦਰ ਸਮਝੀਏ ਕਿ ਅਗਲੀਆਂ ਪੰਕਤੀਆਂ ਚੋਂ ਕੀ ਕਹਿ ਰਹੇ ਨੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਨਾਲ ਕਹਿੰਦੇ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਨ। ਉਹ ਜਿਸ ਤਰ੍ਹਾਂ ਉਹਨੂੰ ਭਾ ਰਿਹਾ ਉਹ ਚਲਾ ਰਿਹਾ, वो अल्टीमेटली एक दी ही गल कर रहे हैं। जिस जो तिस भावे तिवे चलावे, जिव होवे उदे फरमान च ही हो रहा है। पर जो ब्यूटी है कि ये तीन पावर दे विच भी वो वेखे ओना नदर ना आवे, बहुता ए विडान। वो कह रहे ने ते एक बड़ी हैरानगी दी गल है, गुरु साहब कह रहे ने हैरानगी दी गल है
ये तीनों पावर जड़ियां ने उन्हें ब्यूटीफुली सैपरेट भी करके रखियां, जदों कि नीचे कॉम्बिनेशन सारे काम कर रहे हैं। वो वेखे औना नजर ना आवे, वो रीजन की है ना नजर आने दा कि अगर क्रिएटर एंड डिस्ट्रॉयर्स दोनों इकट्ठे हो गए तो काम रुक जाएगा। जिथे क्रिएट हो रहा उत्थे डिस्ट्रॉय नहीं हो रहा, डिस्ट्रॉय किते होर हो रहा है। अगर उन्होंने दोनों को सामने ले आएगा तो पावर्स जड़ियां ने न्यूट्रलाइज हो जाएंगियां। जिवें बैटरी का पॉजिटिव और नैगेटिव असीं जोड़ दईए ते बैटरी काम नहीं करती, उन्हें सारिया पावर्स नूं बड़े सोहणे तरीके नाल जिस जगह ते क्रिएशन हो रही है उहदे नाल ही कित्थे डिस्ट्रक्शन भी हो रही है, पर ये दोनों पावर आपस एक दूसरे नूं नहीं देख पा रही। अगर दोनों कट्ठियां एट ए टाइम काम करनगियां ते जितनियां नीचे दियां पावर है सब फ्यूज होके सब न्यूट्रलाइज हो जाएंगे। एक बहुत सोहणे तरीके नाल गुरु साहब ने व्याख्यान दिता है कि ये तीन भी असीं मन्नण नूं तैयार हां और तीनों आपस दे विचकार बिल्कुल ही सैपरेट हैं और आपस कदी नहीं। हुण असीं वापस चलदे हां पौराणिक कथावां ते, जिन्हां तों ब्रह्मा विष्णु महेश आए हैं। पौराणिक कथावां दे विचकार ये तीनों ते आपस विच कई बार मिलदे हन या ते कई बार एक दूसरे कोल जांदे आंदे हन। पौराणिक कथावां नूं अगर असीं लैके चलांगे तो इहदा मतलब है कि गुरु साहब इत्थे उसका खंडन कर रहे हैं कि आपस च कदी मिल ही नहीं सकते। तो इहदा मतलब उन्होंने बड़ी क्वाइटली वो कह दिता वो सारिया स्टोरीज दे नाल सानू कोई लेना देना नहीं। जिथे तुसी इन्हां दियां शक्तियां नूं आपस दे विच मिला के स्टोरीज लिखते हो, साडे लिए ये तीन पावर हैं एक्सेप्टेड और ये तीनों पावर इंडिपेंडेंट हैं। तीनों पावर बहुत खूबसूरत हैं। तीनों पावर दे पिछे बेअंत पावर्स हैं और वही चला रहा इन्हां सारियां नूं। उन्हां दे कॉम्बीनेशन नाल वो कितना किसनूं फोर्स देनी है, कितनी एनर्जी कित्थे लगानी है, वो सब उन्होंने पता है। तो वह एक सिस्टम चलिया आ रहा जिहदे विचकारे है। इस तो उत्ते वो किसी भी चीज़ नाल किसी कहानी नाल जोड़न की कोशिश नहीं कर रहे। सो एक बड़ा डिफरेंट जिहा कॉन्सैप्ट है, बड़ा इहदा लंबा एक्सप्लेनेशन सी, पर आई बिलीव कि कुछ ना कुछ इस तो सानू एक मैसेज मिल गया होएगा। और फर्दर असी अगर देखिए तो इत्थे जिहड़े गुरु साहब ने गुरु थ्रू Guru's divine knowledge that deities and demigod represent different powers of God and therefore are purely figurative. ये अलंकारिक ने, ये फिगरेटिव ने। अलंकार की तरह मतलब असी किसी वर्ड नू यूज करते हैं जिदा कोई मीनिंग कुछ होर होए, इहदा मतलब ये नहीं वो एग्जिस्ट करता है। His power are uncountable and thus 330 million deities is just a representative number. असी 330 मिलियन या 33 करोड़ च भी नहीं मनते। साढ़े सामने बेअंत है। अगर 33 करोड़ वर्ड आया है वो अलंकारिक तौर पर ही आया भी, चलो तुसी 33 करोड़ वर्ड यूज करते आ रहे हो दियां पावर्स लिए, तो 33 करोड़ भी ठीक है। सो एवरीथिंग पुट टुगेदर इज जस्ट वन। गुरु साहब ने मुड़ मुड़ बार सानू एका माई जुगत व्याई दे विच भी वही कहता है, जिव तिस भावै तिवे चलावै, जिव होवे फरमानो हुक्म दे अंडर ले आए। जो ये जितने भी गॉड्स एंड डेमी गॉड्स एंड डेटीज हैं वो अलंकारिक तौर पर इस्तेमाल हुए हैं, फिगरेटिव नहीं है। उन्होंने सानू शाब्दिक तौर पर नहीं लैके चलना। और ये बहुत इंपॉर्टेंट अंडरस्टैंडिंग है क्योंकि सानू गुरबाणी समझण विच किते असीं धोखा खा सकते हैं और सानू बहुत ही क्लीयरली पता होना चाहिए। थोड़ा जा होर रह गए, 2 क्वेश्चन, छोटे छोटे क्वेश्चन है कि सब तो उत्तम धर्म की कोई परिभाषा है? हाँ जी, गुरबाणी के हिसाब नाल सब नाल उत्तम धर्म की परिभाषा भी है। सर्व धर्म में श्रेष्ठ धर्म हर को नाम जप निर्मल करम। ते जे धर्म की गल आएगी तो उहदे च दोनों एस्पैक्ट होने जरूरी हैं, एक तो परमात्मा नाल कनैक्ट और निर्मल करम। असी इनू बहुत अगे एक्सपेंड करके किसी अगले मॉड्यूल विचकार पूरी डिटेल च जावांगे, पर वो धर्म कंप्लीट ही नहीं मनिया जाएगा जिहदे च परमात्मा नाल कनैक्ट ना होए या निर्मल करम की गल ना कीती होए। ते जो असी धर्मां दे बारे दूसरियां दे बारे भी जानते हैं, किते ना किते उन्होंने भी रब नाल कनैक्ट की भी गल कीती है और चंगे कर्मां की भी गल कीती है। इंफेसिस अलग हो सकता है, तरीका अलग हो सकता है, उन्होंने परसैप्शन डिफरेंट हो सकता है, पर ये दोनों एस्पैक्ट ते सारे धर्मां ने गल कीती है। और कितनी कीती है, कितने नू किस तरह लिया है, किस तरह समझाया है, उन्होंने दे अपने वक्रे तरीके हैं। पर सर्वश्रेष्ठ धर्म दे विच दोनों दे दोनों एस्पैक्ट होने जरूरी ने। गुरु साहब की एक तरह की स्टैंप लगी हुई है। सो मैनी रिलीजन्स ऑफ द वर्ल्ड रिवॉल्व अराउंड दीज टू। और कुछ ने जिन्हां विच नहीं भी है, ये भी सानू मन के चलना पेगा। थोड़े होर भी हैं, उन्हां च पूरा इस तरह
कनैक्ट वाली गल नहीं है, कुछ होर गल्लां भी ने। एक क्वेश्चन ये आंदा कि परमात्मा दिसदा किवें दा है, और वो भरम भुलेखा भी सानू कई बार हो सकता है। एक तो एक परमात्मा की गल की जाती है जो बहुत लंबी चिट्टी दाड़ी वाला कितने उस दूर आसमान दे विच बैठा और उत्थे बैठ के एक सिंघासन तो कंट्रोल कर रहा है। गुरु साहब की फिलोसफी के हिसाब नाल ऐसी परमात्मा की कोई तस्वीर दिमाग च लियाण की जरूरत नहीं है कि परमात्मा की कोई पिक्चर बना भी सकता है। परमात्मा की कभी पिक्चर बन ही नहीं सकती। जो पिक्चर परमात्मा की असी बनावांगे वो गलत ही होएगी। और इहदे विचकार गुरु साहब ने जो पिक्चर बनाने की कोशिश की है, मैं नहीं कहूँगा पिक्चर बनाई है, जो एक मैसेज के थ्रू कोशिश की है, निर्गुण आप सरगुण भी ओही कला धार जिन सगली मोही। He himself is absolute and unrelated. He himself is also involved and related. दोनों चीज़ां ने तनु अपोजिट लग रहा है ड्यूअलिज्म वाला। Manifesting his powers, he fascinates the entire world. अपनी शक्तियां नाल दुनिया नू बहुत फैसीनेट कर रहा है, बहुत मोह रहा है दुनिया नू। और असीं नू थोड़ा जा होर क्लीयरली समझिए कि निर्गुण और सरगुण स्वरूप जड़े उहदे हैं परमात्मा दे। अगर परमात्मा की कोई साडे माइंड पिक्चर है तो निर्गुण एंड सरगुण स्वरूप है। डिवाइन है, जो निर्गुण स्वरूप है वो डिवाइन है, उन्हें हमेशा रहना है, वो अनरिलेटेड है, वो अनटच्ड है, उन्हें कोई किसी नाल लेना देना नहीं। जिहड़ा सरगुण स्वरूप है वो मैनीफेस्टेड है, वो सामने होके आया है, वो टैंपरेरी भी है और वो रिलेटेड भी है, वो साडे नाल सब दे रिलेशन विच आ रहा। वो हर मेरे लिए हर रिश्ता जिहड़ा वो परमात्मा ही है। एक साइड ते क्रिएटर है, एक साइड ते क्रिएशन है। कॉन्सैप्ट के विचकार सानू ये दो चीज़ां हमेशा नाल लैके चलनियां पैणगियां। जो क्रिएटर है वो रियल है, वो आद सच जुगाद सच है भी सच, नानक होसी भी सच है। जो क्रिएशन है वो इल्यूजनरी है, वो आएगी जाएगी, वो गेम चलता रहेगा। वो सानू असी होर डिटेल विच इनू फर्दर डिस्कस करांगे बाद विच। पर जो ज़्यादा इंपॉर्टेंट चीज़ है, सानू अगर इस रस्ते ते रहना है तो सानू इल्यूजन के रस्ते विच उन्नू ही ढूंढ के रियल तक पहुंचना है। To stay on the path and to reach the truth, we need to see the hand of real behind the illusion. इस illusion दे पिछे जदों तक असी उहदा हाथ नहीं देखांगे, फिर असी उसी दे विचों illusion दे विचों रस्ता बना के रियल तक पहुंच पावांगे। और वो illusion इस करके क्रिएट होया क्योंकि असी भी क्रिएट होए हैं, उस पार्ट ऑफ illusion असी भी हाँ। सो साडी illusion नाल बड़ी सोहनी सांझ है, साडी बड़ी सोहनी हारमोनी है illusion नाल, क्योंकि असी भी illusion दा ही पार्ट है। असी उहदे बड़े सोहने गुमे हुए हैं, पर उस इल्यूजन दे विच जो रस्ता बना के अगे पहुंचना है रियल तक, वो सानू नहीं भुलना चाहिए। वो जो मोनोथीस्ट तो सानू पैनथीस्ट वाल लै जाएगा, क्योंकि उत्थे जाके इल्यूजन वाला पार्ट खत्म हो जाएगा। सो ये जो है एक तरह का परमात्मा किवें दिखदा है, उसका आंसर ये है साडे माइंड कोई भी इदां दी वड्डी जी पिक्चर बड़ी लार्ज साइज का कोई कंट्रोल कर रहा है, उस तरह की सानू बनाने की कोशिश भी नहीं करनी चाहिए। ये सी जी साडा एंड ऑफ मॉड्यूल 2। और हुण तुसी अपने कोई क्वेश्चंस पूछ सकते हो। और जो साडा अगला मॉड्यूल होएगा इज लाइफ देयर विद अ पर्पस, कि अवतर आए कहा तुम की ना, कि जिंदगी का कोई अब साडे लिए कोई मिशन भी सी, उहदे बारे असी डिटेल च गल करांगे। सो प्लीज आस्क क्वेश्चंस, whatever questions you have। अगर कोई स्लाइड नंबर वाले हैं पहले पूछ लें, फिर मैं ये शेयरिंग बंद कर देंगा so that you can have full screen। 72। हाँ जी 72। हाँ जी वीर जी, ਇਹਦੇ ਵੀ ਥੋੜਾ ਜਿਹਾ ਹੋਰ ਚਾਨਣ ਪਾਓ ਜ਼ਰਾ, ਥੋੜਾ ਜਿਹਾ। एक्चुअली शब्दों की पूरी व्याख्या ਲਈ ना सानू इत्थे पूरा शब्द भी लिखना चाहिए, रहाओ की पंक्ति भी लैनी चाहिए है, और फुल एक्सप्लेनेशन सानू लेना पेगा। पर इत्थे एक इंडिकेटिव ब्रैकेट विच एंड विच लिखे ने हर शब्द दे कि इत्थे रिप्रेजेंट की कर रहे हैं। ते अगर असी
ਇੱਥੇ ਤੇ ਟਾਈਮ ਦੀ ਸਾਨੂੰ ਹਮੇਸ਼ਾ, ਕਿਉਂਕਿ ਇਹ ਸਲਾਈਡ ਤੇ ਜਿੰਨਾ ਵੀ ਡਿਸਕਸ਼ਨ ਹੈ ਕਰੀਬ 1 ਘੰਟੇ ਦਾ ਡਿਸਕਸ਼ਨ ਹੋਏਗਾ, ਕਿਉਂਕਿ ਕਿੱਥੇ ਪਾਵਰ ਨੂੰ ਰਿਪਰੈਜ਼ੈਂਟ ਕਰ ਰਹੇ, ਕਿੱਥੇ ਇਲੂਜਨ ਨੂੰ ਕਰ ਰਹੇ, ਕਿੱਥੇ ਸੋਲ ਨੂੰ ਕਰ ਰਹੇ ਆ। ਔਰ ਭਾਈ ਕਾਨ ਸਿੰਘ ਨਾਭਾ ਦਾ ਜੋ ਮਹਾਨ ਕੋਸ਼ ਹੈ ਉਹਦੇ ਵਿਚਕਾਰ ਵੀ ਐਕਸਪਲੇਨੇਸ਼ਨ ਇਹਨਾਂ ਦੇ ਇਸੇ ਤਰ੍ਹਾਂ ਦਿੱਤੇ ਹੋਏ ਆ, ਇਹ ਲਿਆ ਵੀ ਉੱਥੋਂ ਹੀ ਹੈ। ਜ਼ਿਆਦਾ ਤੋਂ ਜ਼ਿਆਦਾ ਜੋ ਮਟੀਰੀਅਲ ਹੈ, ਜਿਹੜੀ ਐਕਸਪਲੇਨੇਸ਼ਨਸ ਹੈ ਉਹ ਮਹਾਨ ਕੋਸ਼ ਤੋਂ ਹੀ ਹੈ। ਕੁਝ ਥੋੜੇ ਜਿਹੇ ਹੋਰ ਇੰਗਲਿਸ਼ ਟ੍ਰਾਂਸਲੇਸ਼ਨ ਵਾਲੇ ਵੀ ਸਨ, ਉਸ ਤੋਂ ਵੀ ਲਏ ਹੈ। ਔਰ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਇੱਥੇ ਮਨਜੀਤ ਵੀਰ ਜੀ, ਅਗਰ ਅੱਜ ਹੁਣ ਮੈਂ ਖੈਰ ਅਜੇ ਨਹੀਂ ਦੇਖ ਪਾ ਰਿਹਾ ਕਿਉਂਕਿ ਸਕਰੀਨ ਤੇ ਮੇਰੇ ਹੈ, ਤੇ ਉਹ ਤੇ ਪੂਰੀ ਦੀ ਪੂਰੀ ਗ੍ਰਾਮਰ ਦੇ ਹਿਸਾਬ ਨਾਲ ਵੀ ਦੱਸ ਪਾਣਗੇ ਕਿ ਕਿੱਥੇ ਫਾਈਨਲੀ ਇਹ ਪਰਮਾਤਮਾ ਦੇ ਨਾਲ ਐਜ਼ ਏ ਸਿੰਗੂਲਰ ਯੂਜ਼ ਹੋਇਆ ਜਾਂ ਪਲੂਰਲ ਦੀ ਤਰ੍ਹਾਂ ਹੈ ਜਾਂ ਕੁਛ ਹੈ, ਕਿਉਂਕਿ ਉਸ ਲੈਵਲ ਦੀ ਨੌਲੇਜ ਅਸੀਂ ਤੇ ਕਿੱਥੋਂ ਇਧਰੋਂ ਉਧਰੋਂ ਉਠਾ ਲਈਦਾ, ਜਿੱਥੋਂ ਸਾਨੂੰ ਮਿਲ ਜਾਏ ਅਸੀਂ ਚੁੱਕ ਕੇ ਸਾਰਿਆਂ ਅੱਗੇ ਪੇਸ਼ ਕਰ ਦਿੰਦੇ ਆ। ਪਰ ਜੋ ਲੈਵਲ ਆਫ ਨੌਲੇਜ ਮਨਜੀਤ ਵੀਰ ਜੀ ਦਾ ਸ਼ਾਇਦ ਉਸ ਲੈਵਲ ਤੇ ਐਕਸਪਲੇਨ ਵੀ ਨਾ ਕਰ ਪਾਈਏ, ਪਰ ਕੋਈ ਸਪੈਸੀਫਿਕ ਹੈ ਤੇ ਮੈਂ ਦੱਸ ਸਕਦਾ। ਬਟ ਹਰ ਇੱਕ ਸ਼ਬਦ ਨੂੰ ਸਾਨੂੰ ਕੰਪਲੀਟ ਲਿਖ ਕੇ ਫਿਰ ਇੱਕ ਓਵਰਆਲ ਨਤੀਜੇ ਤੇ ਪਹੁੰਚਣਾ ਪਏਗਾ, ਜਿਸ ਤੋਂ ਕਿ ਸਾਨੂੰ ਪਤਾ ਲੱਗੇਗਾ। ਪਰ ਜੋ ਇੱਥੇ ਵਰਡਸ ਆਏ ਆ, ਉੱਥੇ ਕਿਤੇ ਤੇ ਐਜ਼ ਏ ਕਿੰਗ ਆਇਆ, ਜਿਵੇਂ ਰਾਮ ਗਿਓ ਰਾਵਣ ਗਿਓ, ਤੇ ਉਹ ਕੋਈ ਦੇਵੀ ਦੇਵਤਾ ਵਾਲੀ ਕੋਈ ਗੱਲ ਕੀਤੀ ਨਹੀਂ ਉਹਨਾਂ ਨੇ, ਬਿਲਕੁਲ ਆਮ ਬੰਦਿਆਂ ਵੱਲ ਕੀ ਮਤਲਬ ਰਾਮ ਨੂੰ ਕਿਹਾ ਕਿ ਜਿਵੇਂ ਰਾਵਣ ਸੀ ਉਦਾਂ ਹੀ ਰਾਮ ਸੀ, ਇਸ ਤਰ੍ਹਾਂ ਬਥੇਰੇ ਆਏ ਨੇ ਬਥੇਰੇ ਗਏ ਨੇ। ਔਰ ਜਿਵੇਂ ਸਿਰ ਸਕਤ, ਹਾਂਜੀ ਵੀਰ ਜੀ ਮੈਨੂੰ ਬਸ ਇੰਨਾ ਸੀਗਾ ਕਿ ਆਪ ਜੀ ਥੋੜਾ ਦੱਸੋ, ਗਾਵੇ ਤੁਹਾਨੂੰ ਕੌਣ ਪਾਣੀ ਪੈ ਸੰਤਰ, ਮਤਲਬ ਇਹਨੂੰ ਥੋੜਾ ਗਾਵਨ ਇਹ ਕਿਵੇਂ ਗਾ ਰਹੇ ਨੇ, ਇਹਨੂੰ ਥੋੜਾ ਕਲੀਅਰ ਕਰ ਸਕਦੇ ਹੋ ਪਲੀਜ਼ ਤੁਸੀਂ? ਅਗਰ ਵੀਰ ਜੀ ਇਸ ਤਰ੍ਹਾਂ ਕਿ ਇਹਦਾ ਥੋੜਾ ਜਿਹਾ ਆਓ ਜਾਂ ਮਤਲਬ ਕਿ ਫੀਲ ਦੇ ਲੈਵਲ ਤੱਕ ਜਾਓ ਕਿ ਹਰ ਇੱਕ ਪਿੱਛੇ ਇੱਕ ਮਿਊਜ਼ਿਕ ਵੱਜ ਰਿਹਾ, ਹਰ ਚੀਜ਼ ਇੱਕ ਮਿਊਜ਼ੀਕਲੀ ਕੰਟਰੋਲਡ ਹੈ। ਇੱਕ ਤਰ੍ਹਾਂ ਨਾਲ ਉਹ ਦੇਖ ਪਾ ਰਹੇ ਨੇ ਕਿ ਇਹ ਸਭ ਗਾ ਰਹੇ ਨੇ, ਇਹ ਦੇ ਆਰ ਇਨ ਹਾਰਮਨੀ ਵਿਦ ਇਨ ਟਿਊਨ ਵਿਦ ਯੂ। ਮਨੁੱਖ ਹੈ ਜਿਹੜਾ ਨਾ ਗਾਏ, ਉਹਦੀ ਮਰਜ਼ੀ ਹੈ। ਮਨੁੱਖ ਤੋਂ ਇਲਾਵਾ ਹਰ ਪੰਛੀ, ਹਰ ਕੋਈ ਜੋ ਹੈ ਗਾ ਰਿਹਾ, ਗਾ ਕੋਈ ਮਨੁੱਖ ਵੀ ਰਹੇ ਨੇ, ਉਹਨਾਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਕਿ ਕੋਈ ਮਨੁੱਖ ਵੀ ਕੋਸ਼ਿਸ਼ ਕਰਕੇ ਗਾ ਰਿਹਾ, ਪਰ ਇਹ ਸਭ ਤੇ ਲਗਾਤਾਰ ਹੀ ਗਾ ਰਹੇ ਨੇ, ਮਤਲਬ ਇੱਕ ਤਰ੍ਹਾਂ ਦਾ ਇੱਕ ਮਿਊਜ਼ਿਕ ਵੱਜ ਰਿਹਾ। ਜਦੋਂ ਅਸੀਂ ਕੀਰਤਨ ਦੀ ਵੀ ਗੱਲ ਕਰਾਂਗੇ ਔਰ ਕੀਰਤਨ ਦੇ ਵਿਚਕਾਰ ਰਾਗਾਂ ਦੀ ਵੀ ਗੱਲ ਆਉਂਦੀ ਹੈ, ਕਿਤੇ ਨਾ ਕਿਤੇ ਬੜੀ ਡੀਪਲੀ ਜਾ ਕੇ ਸਾਰੀਆਂ ਚੀਜ਼ਾਂ ਕਨੈਕਟ ਹੁੰਦੀਆਂ ਚੱਲੀਆਂ ਜਾਣਗੀਆਂ। ਸੋ ਇਹ ਜੋ ਵਰਡ ਗਾਵੇ ਆਇਆ, ਉਹ ਗਾਵੇ ਆਇਆ ਕਿ ਸਭ ਦਾ ਸਭ ਮੈਨੂੰ ਤੇ ਇੱਕ ਮਿਊਜ਼ਿਕ ਦੀ ਤਰ੍ਹਾਂ ਪਰਮਾਤਮਾ ਕਹਿੰਦੇ, ਜਿਵੇਂ ਕਿ ਤੇਰੇ ਗੁਣ ਹਰ ਕੋਈ ਗਾ ਰਿਹਾ, ਹਵਾ ਗਾ ਰਹੀ ਹੈ, ਅਗਨੀ ਗਾ ਰਹੀ ਹੈ, ਸਭ ਗਾ ਰਹੀ ਹੈ, ਬਿਕੋਜ਼ ਹਰ ਇੱਕ ਦੇ ਪਿੱਛੇ ਇਕੁਏਸ਼ਨਾਂ ਲੱਗੀਆਂ ਹੋਈਆਂ ਔਰ ਇਸ ਤਰ੍ਹਾਂ ਦੀਆਂ ਇਕੁਏਸ਼ਨਸ ਹਨ, ਸਭ ਕੁਛ ਹੈ ਜਿਹਦੇ ਨਾਲ ਉਹ ਸਾਰੇ ਕੰਬੀਨੇਸ਼ਨ ਬਣਦੇ ਹੈ। ਜਿਵੇਂ ਇੱਕ ਆਰਕੈਸਟਰਾ ਹੁੰਦਾ ਹੈ ਤੇ ਉਹ ਤਾਂ ਜਾ ਕੇ ਕੰਬਾਈਨ ਹੁੰਦੀਆਂ ਕਈ ਸਾਰੀਆਂ ਵੇਵਸ ਤੇ ਉਸ એનર્ਜੀ ਨੂੰ ਲਿਬਰੇਟ ਹੁੰਦੇ ਹੋਏ। ਸੋ ਦਿਸ ਇਜ਼ ਹਾਊ ਆਈ ਆਲਵੇਜ਼ ਟੁਕ ਦਿਸ ਪਾਰਟਿਕੂਲਰ ਪੌੜੀ। ਮੈਂ ਜਦੋਂ ਵੀ ਇਸ ਪੌੜੀ ਨੂੰ ਪੜ੍ਹਦਾ ਮੈਨੂੰ ਇਦਾਂ ਹੀ ਫੀਲ ਆਉਂਦਾ ਕਿ ਇਹ ਸਭ ਕੁਝ ਇੱਕ ਆਰਕੈਸਟਰਾ ਦੀ ਤਰ੍ਹਾਂ ਹਾਰਮੋਨੀਅਸਲੀ ਪਰਮਾਤਮਾ ਤੇਰੇ ਕੁਦਰਤ ਪੂਰਾ ਦਾ ਪੂਰੇ ਤੇਰੇ ਗੁਣ ਗਾਣ ਚ ਵਿਅਸਤ ਹੈ। I may be wrong, ਮੈਂ ਹੱਥ ਜੋੜ ਕੇ ਖਿਮਾ ਮੰਗ ਲੈਂਦਾ। ਨਹੀਂ ਮੈਨੂੰ ਜਿਸ ਤਰ੍ਹਾਂ ਦਾ ਮੀਨਿੰਗ ਜਾਂ ਫੀਲ ਆਇਆ ਉਹ ਇਸੇ ਤਰ੍ਹਾਂ ਦਾ ਹੀ ਆਇਆ। ਨਹੀਂ ਬਹੁਤ ਥੈਂਕ ਯੂ ਵੀਰ ਜੀ, ਬਹੁਤ ਵਧੀਆ। ਇਸ ਪੌੜੀ ਨੂੰ ਬਹੁਤ ਵਾਰ ਪੜ੍ਹਨਾ ਪਿਆ ਹੈ ਫੀਲ ਲੈਣ ਲਈ ਵੀ ਆਫਟਰ ਗਾਵੇ ਕੀ ਕਰ ਰਹੇ ਨੇ, ਫਿਰ ਗਾਵੇ ਦੀ ਥੋੜੀ ਜਿਹੀ ਅਗਰ ਜਿਸ ਤਰ੍ਹਾਂ ਕਨੈਕਸ਼ਨ ਬਣਦੇ ਗਏ ਵਰਡਸ ਦੇ ਤੇ ਇਦਾਂ ਦੀ ਫੀਲ ਆਉਂਦੀ ਹੈ। ਜੀ ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਈਡ ਨੰਬਰ 51। ਹਾਂਜੀ। ਜਦੋਂ ਅਸੀਂ ਗੱਲ ਕੀਤੀ ਸੀ 3 ਪ੍ਰੋਮੀਨੈਂਟ ਫਿਲਾਸਫੀਜ਼ ਦੀ, ਸੋ ਜਦੋਂ ਅਸੀਂ ਗੱਲ ਕਰਨੇ 6 ਘਰ 6 ਗੁਰ 6 ਉਪਦੇਸ਼, ਤੋ ਜਦੋਂ ਜਿਹੜੀ ਪ੍ਰੋਮੀਨੈਂਟ 6 ਸਕੂਲ ਆਫ ਫਿਲਾਸਫੀ ਸੀ ਉਸ ਟਾਈਮ ਐਗਜ਼ਿਸਟਿੰਗ, ਇਹ ਤੇ ਵੀ ਆਰ ਡਿਵਾਈਡਿੰਗ ਅਕੋਰਡਿੰਗ ਟੂ ਦਾ philosophical theories, but if we see the school of philosophy ਜਿਸ ਤਰ੍ਹਾਂ ਆਇਆ 6 ਗੁਰ 6 ਤੇ ਇਹਦੇ ਅੰਦਰ what is the take of our religion in these prominent school of philosophies of that time? ਕਿਉਂਕਿ ਉਸ ਤੋਂ ਅਗਲੀ ਲਾਈਨ ਜੇ ਅਸੀਂ ਦੇਖੀਏ, ਹਾਂਜੀ ਦੱਸੋ। ਅਖੀਰ ਤੇ ਫਿਰ ਇੱਕੋ ਨਾਲ ਹੀ ਜੋੜਿਆ ਉੱਥੇ ਵੀ। ਹਾਂਜੀ ਉਹ ਇਸੇ ਕਰਕੇ, ਕਿਉਂਕਿ ਨੈਕਸਟ ਲਾਈਨ ਤੋਂ ਹੀ ਉਸ ਤੋਂ ਨੈਕਸਟ ਲਾਈਨ ਜਿਹੜੀ ਆਉਂਦੀ ਹੈ ਉਹਦੇ ਤੋਂ ਲੱਗਦਾ ਕਿ ਉਹਦੇ ਨਾਲ ਜੋੜਿਆ ਹੈ। ਤੇ ਵਾਟ ਇਜ਼ ਯੋਰ ਟੇਕ ਔਨ ਦਿਸ? ਉਹ 6 ਘਰ ਉਹਨਾਂ ਦੇ ਉੱਤੇ ਤੇ ਖੈਰ ਬੜੀ ਡਿਟੇਲ ਡਿਸਕਸ਼ਨ ਵਾਲੀ ਸਿਚੁਏਸ਼ਨ ਹੋ ਜਾਏਗੀ, ਪਰ ਉਹ ਹੈ ਕਿਤੇ ਪਲੂਰਲਿਜ਼ਮ ਦੀ ਹੈ। ਉਹ ਪਲੂਰਲਿਜ਼ਮ ਨੂੰ ਫਿਰ ਮੋਨਿਜ਼ਮ ਵਾਲੀ ਲੈ ਕੇ ਗਏ ਹਨ। ਗੁਰੂ ਏਕੋ ਵੇਸ ਅਨੇਕ, ਮਤਲਬ ਉਹ ਤੇਰੇ ਕਈ ਸਾਰੇ ਵੇਸ ਹੋ ਸਕਦੇ ਨੇ। ਉਹ ਜਿਸ ਟਾਈਮ ਦੱਸਿਆ ਨਾ, ਉਹਨਾਂ ਦੇ ਸਾਹਮਣੇ ਜਿਹੜਾ ਹੁੰਦਾ ਸੀ ਜਿਹਦੇ ਨਾਲ ਉਹ ਵਾਰਤਾਲਾਪ ਕਰ ਰਹੇ ਹੁੰਦੇ ਸੀ, ਜਿਹਦੇ ਨਾਲ ਗੱਲ ਕਰ ਰਹੇ ਹੁੰਦੇ ਸੀ,
ਤੇ ਗੁਰੂ ਸਾਹਿਬ ਉਹਨੂੰ ਉੱਥੋਂ ਹੀ ਲੈਂਦੇ ਸੀ ਔਰ ਅੱਗੇ ਜੋੜ ਦਿੰਦੇ ਸੀ। ਇਹ ਜ਼ਰੂਰੀ ਨਹੀਂ ਹੈ ਕਿ ਉਹ ਸ਼ਬਦ ਕਈ ਵਾਰ ਉਹਨਾਂ ਨੇ ਸਿਚੁਏਸ਼ਨ ਤੋਂ ਬਾਹਰ ਰਚੇ ਹੋਣ। ਐਸੇ ਸਾਨੂੰ ਬਹੁਤ ਸਾਰੇ ਸ਼ਬਦ ਮਿਲਦੇ ਆ ਜਿੱਥੇ ਲੱਗਦਾ ਜਿਵੇਂ ਗੁਰੂ ਸਾਹਿਬ ਕਿਸੇ ਦੇ ਕੋਈ ਸਾਹਮਣੇ ਬੈਠਾ ਉਹਦੀ ਅਵਸਥਾ ਦੇਖ ਕੇ ਗੱਲ ਕਰ ਰਹੇ ਹਨ। ਤੇ ਇਹਦੇ ਵਾਸਤੇ ਵੀ ਸਾਨੂੰ ਡਿਟੇਲ ਜਾਣਾ ਪਏਗਾ, ਬਟ ਕਿਤੇ ਲਿੰਕ ਉਹਦਾ ਵੀ ਪਲੂਰਲਿਜ਼ਮ ਦਾ, ਜਦੋਂ ਵੀ ਮੈਨੂੰ ਉਹ ਸ਼ਬਦ ਪੜਿਆ ਮੈਨੂੰ ਵੀ ਇਹ ਲੱਗਿਆ ਕਿ ਪਲੂਰਲਿਜ਼ਮ ਨੂੰ ਮੋਨਿਜ਼ਮ ਵੱਲ ਹੀ ਲਿਜਾ ਰਹੇ ਨੇ। 6 ਘਰ 6 ਗੁਰੂ 6 ਉਪਦੇਸ਼, ਗੁਰੂ ਗੁਰੂ ਏਕੋ ਵੇਸ ਅਨੇਕ, ਬਾਬਾ ਜੈਕਰ ਕਰਤੇ ਕੀਰਤ ਵਡਾਈ। ਸੋ ਬਹੁਤ ਸ਼ਾਇਦ ਮੇਰੀਆਂ ਲਿਮਿਟੇਸ਼ਨਸ ਵੀ ਹੋਣਗੀਆਂ ਪੂਰੀ ਤਰ੍ਹਾਂ ਸ਼ਬਦ ਨੂੰ ਸਮਝਣ 'ਚ, ਪਰ ਇੱਕ ਓਵਰਆਲ ਮੈਸੇਜ ਪਲੂਰਲਿਜ਼ਮ ਵੱਲ ਹੀ ਹੈ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੋਈ ਹੋਰ? ਦੇਖੋ, ਇਹ ਸਾਰੀਆਂ ਚੀਜ਼ਾਂ ਸਾਨੂੰ ਕਿਉਂ ਅਸੀਂ ਡਿਸਕਸ ਕਰ ਰਹੇ ਹਾਂ, ਕਿਉਂਕਿ these are fundamentals, ਔਰ ਅਸੀਂ ਫੰਡਾਮੈਂਟਲਸ ਤੋਂ ਬਿਨਾਂ ਜਦੋਂ ਵੀ ਅਸੀਂ ਬਹੁਤ ਅੱਗੇ ਚਲੇ ਜਾਵਾਂਗੇ ਫਿਰ ਸਾਨੂੰ ਕਿਤੇ ਉਸ ਵੇਲੇ ਡਿਸਟਰਬ ਕਰਨਗੀਆਂ ਕਿ ਰੱਬ ਦੀ ਗੱਲ ਕਰ ਰਹੇ ਸੀ, ਵਿਚਕਾਰ ਇਹਨਾਂ ਦੀ ਗੱਲ ਕਿਉਂ ਛੇੜ ਦਿੱਤੀ ਹੈ, ਜਾਂ ਕਿਉਂ ਆ ਰਹੀ ਹੈ, ਜਾਂ ਕਿਉਂ ਜ਼ਿਕਰ ਆ ਰਿਹਾ। ਤੇ ਸਾਨੂੰ ਇਹ ਕੌਨਫੀਡੈਂਸ ਹੋਣਾ ਚਾਹੀਦਾ ਕਿ ਅਲਟੀਮੇਟਲੀ ਰੱਬ ਦੀ ਹੀ ਗੱਲ ਕਰ ਰਹੇ ਨੇ, ਉਹ ਕਿਸੇ ਹੋਰ ਦੀ ਗੱਲ ਕਰ ਹੀ ਨਹੀਂ ਰਹੇ। ਮਤਲਬ ਇੱਕ ਤੋਂ ਹਟੇ ਨਹੀਂ, ਗੁਰੂ ਸਾਹਿਬ ਬੜੇ ਮਤਲਬ ਡਿਟਰਮਿੰਡ ਹੋ ਕੇ ਉੱਥੇ ਲੱਗੇ ਰਹੇ ਨੇ। ਉਹਨਾਂ ਨੇ ਕਦੀ ਚਾਂਸ ਹੀ ਨਹੀਂ ਛੱਡਿਆ ਕਿ ਇੱਕ ਤੋਂ ਇਲਾਵਾ ਕਿਸੇ ਹੋਰ ਨੂੰ। ਵੈਸੇ ਮੇਰੇ ਮਨ ਵਿੱਚ ਇੰਜ ਆ ਰਿਹਾ ਹੈ ਸਰਨਜੀਤ ਸਿੰਘ ਜੀ, ਹਾਂਜੀ, ਕਿ ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਤਰੀਕੇ ਨਾਲ ਇਹ ਜਿਹੜੀਆਂ ਸ਼ਕਤੀਆਂ ਹਨ ਇਹਨਾਂ ਨੂੰ ਅਸੀਂ ਜਸਟੀਫਾਈ ਕਰ ਸਕੀਏ ਕਿ ਬਈ ਇਹ ਸ਼ਕਤੀਆਂ ਅਲੰਕਾਰਿਤ ਹੈ। ऐसा मेरे मन नहीं चाहता है, मेरा मतलब आई में भी रॉन्ग कि सरगुण निर्गुण अगर ਅਸੀਂ मान लिए कि ये शक्तियां क्योंकि आई हैं ना धरती पे, इफ वी एक्सेप्टेड के धरती पे आई हैं और प्रवान हो गई, क्योंकि गुरु साहब तो पहले बड़े लोग ही प्रवान होए जी, तुसी खुद भी किया है। ते ये भी अगर ਅਸੀਂ उस प्रवानगी च देखिए तो साडा एफर्ट ये है हो रहा है कि ਅਸੀਂ ਉਹਨਾਂ ਸਾਰੀਆਂ ਸ਼ਕਤੀਆਂ ਤੋਂ ਕਿਸੇ ਵੀ ਤਰੀਕੇ ਨਾਲ ਪਰੇ ਹੋਣਾ ਚਾਹ ਰਹੇ ਹਾਂ कि भाई गुरु साहब वो सब गलत है। मेरा ऐसा ही विश्वास है, मेरा मतलब है असी अगर जो रियलिटी है कि भाई उस तो पहले गुरु साहब तो पहले बड़े बड़े भगत आए होंगे, क्योंकि शुरू के उसी वेले तो नहीं ना परवान लोग चढ़े। तो ये शक्तियां अगर परवान होंगी, पर ये भी प्रभु तो ही से सारा डायरेक्शन प्रभु दी आ रही है, कंट्रोल प्रभु दा आ रहा है। पर मेरी शक्तियां अपना अपना जिन्हों जिन शक्ति नाल गुरु अपना तरीके नाल पता नहीं ओदी मौज की सी, ओदी मौज जो सी उन्हें पहले जी 3 आदमी भेजते क्योंकि वो तो कुछ भी कर सकता है, और फिर असी कहने हैं कि वो ओदे च नहीं आंदा क्योंकि वो तो कुछ भी कर सकता है। अपना भगत जेड़े सी, कोई भगत कहता मैनू इस रूप में दिखे, कोई कहता जी मैनू इस, ते वो तो मैनिफेस्ट हो सकता है क्योंकि वो पावरफुल है, वो तो अपने आप जो मर्जी बनाए, उन्हें जितनी बड़ी सृष्टि बनाई है। तो जेड़ा भगत जेड़ी श्रद्धा नाल जेड़े रूप नाल ओनू देखना चाहता है ओनू दर्शन दे देंदा है। ते ये जरूरी नहीं कि वो शक्ति तो है ही है ना, वो शक्ति क्रिएट भी कर सकती है, कुछ भी कर सकती है। ते मैथोलॉजी जेड़ी है ओनू टोटल नकारना, ये कुछ मैंने कई बार लगता है कि ਅਸੀਂ फोर्समेंट कर रहे हैं अपने आइडियाज। ਵੀਰ ਜੀ, ਮੈਂ ਆਈ ਥਿੰਕ ਕੁਐਸਚਨ ਕਲੀਅਰ ਹੈ ਤੁਹਾਡਾ। ਮੇਰਾ ਵਿਸ਼ਵਾਸ ਹੈ ਨਹੀਂ ਉਹ ਤੁਹਾਡਾ ਕੁਐਸਚਨ ਬਿਲਕੁਲ ਕਲੀਅਰ ਹੈ। ਜਿੱਥੇ ਤੱਕ ਸ਼ਕਤੀਆਂ ਦਾ ਸਵਾਲ ਹੈ, ਸਾਡੇ ਅੰਦਰ ਵੀ ਕੋਈ ਸ਼ਕਤੀ ਤੇ ਹੈ। ਮੈਂ ਹੱਥ ਚੁੱਕਣਾ ਚਾਹਾਂ ਚੁੱਕ ਸਕਦਾ, ਮੈਂ ਚੱਲਣਾ ਚਾਹਾਂ ਚੱਲ ਸਕਦਾ, ਸੇ ਉਹ ਵੀ ਪਾਵਰ ਹੈ। ਪਾਵਰ ਮੈਨੀਫੈਸਟ ਹੋ ਰਹੀ ਹੈ, ਪਾਵਰ ਛੁਪੀ ਨਹੀਂ ਹੋਈ ਹੈ। ਔਰ ਮੈਂ ਹੁਣ ਇਹਨੂੰ ਰਿਲੇਟ ਕਰਨ ਦੀ ਕੋਸ਼ਿਸ਼ ਕਰਨਾ ਕਿ ਮੈਂ ਹੱਥ ਚੁੱਕਿਆ ਤੇ ਪਿੱਛੇ ਕਿਤੇ ਕੋਈ ਬ੍ਰਹਮਾ ਬੈਠਾ, ਉਹਨੇ ਕਿਹਾ ਇਦਾਂ ਮੈਂ ਹੱਥ ਚੁੱਕ ਲਿਆ ਜਾਂ ਕੁਝ ਕ੍ਰੀਏਟ ਕਰ ਦਿੱਤਾ। ਮੈਂ ਆਪਣੇ ਆਪ 'ਚ ਇਮੇਜਿਨ ਕਰਨ ਦੀ ਕੋਸ਼ਿਸ਼ ਕਰਾਂ ਉਹ ਧਰਤੀ ਤੇ ਆਏ ਔਰ ਅਜੇ ਵੀ ਹੈ ਨਹੀਂ, ਜਾਂ ਪਤਾ ਨਹੀਂ ਚਲੇ ਗਏ, ਉਹਨਾਂ ਨੇ ਕ੍ਰੀਏਟ ਕੀਤਾ। ਕ੍ਰੀਏਟ ਤੇ ਵੀਰ ਜੀ ਯੂਨੀਵਰਸਿਸ ਹੋਏ ਨੇ। ਦੇਖੋ ਨਾ ਵੀਰ ਜੀ, ਜਿਹੜਾ ਵੀ ਧਰਤੀ ਤੇ ਆਇਆ ਉਹ ਤਾਂ ਚਲਾ ਗਿਆ। मतलब all those देवतास they were देवतास, मेरा मतलब है परवान सी वो आए गए, इस करके वो रब नहीं। क्योंकि मैंने कंप्लीट करन दो। हाँ प्लीज। हाँ जी, ये ना वो ਇਹਦਾ ਮਤਲਬ ਉਹ ਜਦੋਂ ਚਲੇ ਗਏ ਤੇ ਨਾਲ ਪਰਮਾਤਮਾ ਦੀ ਸ਼ਕਤੀਆਂ ਵੀ ਵਾਪਸ ਹੋ ਗਈਆਂ। ਅਸੀਂ ਕਿੱਥੇ ਜਾ ਕੇ ਮਤਲਬ ਰੋਕਾਂਗੇ? ਸੈਕੰਡ ਥਿੰਗ ਇਜ਼ ਕਿ ਜਦੋਂ ਅਸੀਂ ਕੋਈ ਵੀ ਚੀਜ਼
ਅਸੀਂ ਕਹਿੰਦੇ ਆ ਵੀ ਤੁਹਾਡੇ ਸਾਹਮਣੇ ਇੱਕ ਸ਼ਕਤੀ ਹੈ, ਉਹਨੂੰ ਇੱਕ ਮੂਰਤੀ ਦੇ ਰੂਪ ਜਾਂ ਇੱਕ ਸ਼ਕਤੀ ਦੇ ਰੂਪ ਧਰਤੀ ਤੇ ਆਈਏ ਲਿਆਓ। ਇਹ ਹੋ ਸਕਦਾ ਵਕਤ ਦੇ ਹਿਸਾਬ ਨਾਲ ਲੋਕਾਂ ਨੂੰ ਜਿਹੜੇ ਸਮਝਾਉਣ ਦਾ ਇੱਕ ਤਰੀਕਾ ਰਿਹਾ ਹੋਏ ਕਿ ਜਿਹੜੇ ਲੋਕ ਇਹ ਕਿਸ ਤਰ੍ਹਾਂ ਸਮਝਣਗੇ ਕਿ ਇਹ ਅਦ੍ਰਿਸ਼ ਚੀਜ਼ ਹੈ। ਅਜੇ ਇਨਸਾਨ ਕਿਹੜੇ ਲੈਵਲ ਤੇ ਸੀ, ਉਹਨੂੰ ਕਿਸ ਤਰ੍ਹਾਂ ਸਮਝਾਇਆ ਜਾ ਸਕਦਾ ਹੈ, ਉਹਨਾਂ ਨੇ ਕਿਹੜੇ ਕਿਹੜੇ ਤਰੀਕੇ ਯੂਜ਼ ਕੀਤੇ, ਅਸੀਂ ਉਹਦੇ ਬਾਰੇ ਨਹੀਂ ਕਹਿ ਸਕਦੇ। ਹੁਣ ਅਸੀਂ ਗੱਲ ਕਰਦੇ ਹਾਂ, ਅਗਰ ਤੁਸੀਂ ਸਬਜੈਕਟ ਛੇੜ ਦਿੱਤਾ ਜੀ, ਤੇ ਜੋ ਵੇਦਾਂ ਵਾਲੀ ਗੱਲ ਹੈ ਔਰ ਜੋ ਪੁਰਾਣਾ ਵਾਲੀ ਗੱਲ ਹੈ, ਦੋਨੋਂ ਆਪਸ ਇੱਕ ਦੂਸਰੇ ਨੂੰ ਪੂਰੀ ਤਰ੍ਹਾਂ ਚੈਲੰਜ ਕਰਦੇ, ਜਿਤਨੇ ਤੱਕ ਮੈਂ ਪੜ੍ਹਿਆ। ਜੋ ਵੇਦ ਕਹਿੰਦਾ ਇਹਨਾਂ ਸ਼ਕਤੀਆਂ ਬਾਰੇ, ਜੋ ਪੁਰਾਣ ਕਹਿੰਦੇ ਨੇ, ਦੋਨੋਂ ਆਪਸ ਇੰਨੀ ਖੁੱਲ ਕੇ ਚੈਲੰਜ ਕਰਦੇ ਨੇ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਪੜ੍ਹ ਵੀ ਕਿਉਂ ਰਹੇ ਹਨ। ਔਰ ਜਿੱਥੇ ਵੇਦਾਂ ਦੀ ਗੱਲ ਹੈ, ਉੱਥੇ ਜ਼ਿਆਦਾ ਤੋਂ ਜ਼ਿਆਦਾ ਇਹ ਅਦ੍ਰਿਸ਼ ਹੀ ਨੇ। ਈਵਨ ਅਗਰ ਉਹ ਸਟੋਰੀ ਚੱਲਦੀ ਹੈ ਤੇ ਜਿਵੇਂ ਦੋ ਪਾਵਰਸ ਮਿਲਦੀਆਂ, ਚਲੋ ਉਹ ਜੋ ਵੀ ਕਹਿਣ ਦੀ ਕੋਸ਼ਿਸ਼ ਕਰ ਰਹੇ ਆ, ਬਟ ਉਹ ਅਦ੍ਰਿਸ਼ ਦੇ ਵਿੱਚ ਵੀ ਹੋ ਸਕਦਾ ਹੈ। ਬਟ ਜੋ ਪੁਰਾਣ ਹੈ ਉਹਦੇ ਚ ਅਦ੍ਰਿਸ਼ ਨਹੀਂ ਹੈ, ਉਹਦੇ ਚ ਇਸ ਧਰਤੀ ਤੇ ਆਏ ਨੇ, ਇੱਕ ਦੂਸਰੇ ਕੋਲ ਜਾ ਰਹੇ ਨੇ, ਮਿਲ ਰਹੇ ਨੇ, ਕਰ ਰਹੇ ਨੇ। ਅਸੀਂ ਕਿਸੇ ਨੂੰ ਕੀ ਜਸਟੀਫਾਈ ਕਰਨਾ ਜਾਂ ਕੀ ਨਹੀਂ ਜਸਟੀਫਾਈ ਕਰਨਾ। ਉਹ ਪਾਵਰ ਜੋ ਕਿ ਪਰਮਾਤਮਾ ਦੀਆਂ ਬੇਅੰਤ ਪਾਵਰ ਹੈ, ਉਸ ਪਾਵਰ ਦਾ ਅਗਰ ਤੁਸੀਂ ਕੋਈ ਨਾਂ ਦੇਣਾ ਚਾਹੁੰਦੇ ਹੋ ਤੇ ਅਸੀਂ ਨਵਾਂ ਨਾਂ ਦੇਣ ਲਈ ਕੋਈ ਜ਼ਰੂਰੀ ਨਹੀਂ ਹੈ। ਅਗਰ ਮੈਨੂੰ ਕ੍ਰੀਏਟਰ ਕਹਿਣਾ ਰੱਬ ਨੂੰ, ਮੈਂ ਬ੍ਰਹਮਾ ਵੀ ਕਹਿ ਸਕਦਾ, ਮੈਂ ਉਹਨੂੰ ਕ੍ਰੀਏਟਰ ਕਰਤਾ ਕਵਾਂ, ਬ੍ਰਹਮਾ ਕਵਾਂ, ਜੋ ਵੀ ਤੁਹਾਨੂੰ ਲੋਕਾਂ ਨੂੰ ਪਸੰਦ ਹੈ ਕਵਾਂ, ਪਰ ਮੈਂ ਅਖੀਰ ਚੁੱਕ ਕੇ ਉਹਨੂੰ ਵਨ ਨਾਲ ਜੋੜ ਦਿਆਂ। ਇਹ ਗੁਰੂ ਸਾਹਿਬ ਦੀ ਫਿਲਾਸਫੀ ਸੀ। ਇਸ ਕਰਕੇ ਅਸੀਂ ਜਸਟੀਫਾਈ ਨਹੀਂ ਕਰ ਰਹੇ, ਬਲਕਿ ਜਿਨ੍ਹਾਂ ਨੇ ਜਸਟੀਫਾਈ ਕੀਤਾ ਅੱਜ ਉਹ ਕੁਐਸਚਨ ਕਰ ਰਹੇ ਨੇ ਆਪਣੇ ਆਪ ਨੂੰ ਕਿ ਇਹ ਧਰਤੀ ਤੇ ਨਹੀਂ ਆਏ। ਮੈਂ ਇਹ ਗੱਲ ਦੱਸ ਰਿਹਾ, ਜਿਹੜੇ ਲੇਟੈਸਟ ਵਿਊਜ਼ ਹੈ ਉਹਨਾਂ ਦੇ, ਜਿਨ੍ਹਾਂ ਨੇ ਇਹਨਾਂ ਨੂੰ ਕ੍ਰੀਏਟ ਕੀਤਾ, ਉਹ ਕਹਿ ਰਹੇ ਨੇ ਉਹ ਨਹੀਂ ਆਏ ਜੀ, ਅਸੀਂ ਐਵੇਂ ਇਹ ਤੇ ਕਹਾਣੀਆਂ ਸਾਨੂੰ ਪਾਣੀਆਂ ਪਈਆਂ ਕਿਉਂਕਿ ਲੋਕਾਂ ਨੂੰ ਸਮਝ ਨਹੀਂ ਸੀ ਆ ਰਿਹਾ। ਹੁਣ ਉਹ ਵਿਡਰਾ ਕਰ ਰਹੇ ਨੇ, ਉਹ ਅਸੀਂ ਵਿਡਰਾ ਕਰ ਰਹੇ ਨੇ ਤੇ ਅਸੀਂ ਜਾਣ ਦੀ ਕੋਸ਼ਿਸ਼ ਕਰ ਰਹੇ, ਨਹੀਂ ਜੀ ਨਹੀਂ ਆਏ ਨੇ ਧਰਤੀ ਤੇ, ਤੁਸੀਂ ਕਿੱਦਾਂ ਕਹਿ ਸਕਦੇ ਹੋ ਨਹੀਂ ਆਏ। तो ਇਹ ਕਿਸੇ ਤਰ੍ਹਾਂ ਨਾਲ ਜਸਟੀਫਾਈ ਨਹੀਂ ਹੁੰਦਾ। ਔਰ ਉਹ ਪ੍ਰਮਾਣ ਵਾਲੇ ਲੈਵਲ ਤੇ ਠੀਕ ਹੈ, ਤੁਸੀਂ ਮੰਨਦੇ ਹੋ ਤੇ ਠੀਕ ਹੈ, ਤਿੰਨ ਹੈ ਨੇ ਸ਼ਕਤੀਆਂ ਸੀ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਿਤਾਬ ਹੈਗੀ ਆ ਪ੍ਰੋਫੈਸਰ ਇੰਦਰ ਸਿੰਘ ਘੱਗਾ ਦੀ ਗੁਰਬਾਣੀ ਦੀ ਕਸਵੱਟੀ ਤੇ ਪੁਰਾਣਕ ਕਥਾਵਾਂ ਦਾ ਅੰਤ। ਤੁਸੀਂ ਮੈਨੂੰ ਆਪਣਾ ਐਡਰੈਸ ਦਿਓ, ਮੈਂ ਉਹ ਵਾਲੀ ਕਿਤਾਬ ਤੁਹਾਡੇ ਤੱਕ ਪਹੁੰਚੇਗੀ। ਤੁਹਾਡੇ ਜਿਹੜੇ ਮਨ 'ਚ ਜਿੰਨੀਆਂ ਵੀ ਦੁਬਿਧਾ ਨੇ ਨਾ, ਉਹ ਕਿਤਾਬ ਤੁਸੀਂ ਇੱਕ ਵਾਰੀ ਪੜ੍ਹੋ, ਆਪੇ ਦੁਬਿਧਾ ਨਿਕਲ ਜਾਣੀ। ਅਸੀਂ ਜੋ ਮਰਜ਼ੀ ਤੁਸੀਂ ਉਹ ਬੁੱਕ ਜ਼ਰੂਰ ਪੜ੍ਹੋ, ਬਹੁਤ ਵਧੀਆ ਕਿਤਾਬ ਹੈ ਤੇ ਉਹ ਸਾਰੀਆਂ ਦੁਬਿਧਾ ਤੁਹਾਡੀਆਂ ਆਪੇ ਨਿਕਲ ਜਾਣੀਆਂ। I'm going to ask one question which will trigger towards your question also. ਏਕਾ ਮਾਈ ਜੁਗਤ ਵਿਆਈ। ਹੁਣ ਪਹਿਲੇ ਤੇ ਜੁਗਤ ਦਾ ਮੀਨਿੰਗ ਤੁਸੀਂ ਕੀ ਲੈਂਦੇ ਹੋ, ਮੈਨੂੰ ਉਹ ਪੁੱਛਣਾ ਸੀ। ਜੁਗਤ is a ecosystem, the system for making the whole system universe work. That is Jugat. Yeah, that is Jugat. देखो there is no trick in it. देखो इस तुक दी डिस्कशन बहुत लंबी है और ਜਦੋਂ ਆਪਣੇ ਅਸੀਂ ਗੁਰਮੀਤ ਸਿੰਘ ਜੀ 3ਵੀਂ ਪੌੜੀ 30th ਪੌੜੀ ਤੇ ਪਹੁੰਚਣਗੇ ਉਦੋਂ ਵੀ ਡਿਸਕਸ਼ਨ ਕਰਾਂਗੇ। ਇਹ ਬਹੁਤ ਹੀ ਆਨੰਦ ਆ ਰਿਹਾ ਹੈ, ਹਰ ਚੀਜ਼ ਦੇ ਵਿੱਚ ਕਾਫੀ ਕਲੈਰਿਟੀ ਵੀ ਆਏਗੀ ਕਿਉਂਕਿ ਕਾਫੀ ਦੇਰ ਦੇ ਅਸੀਂ ਕਹਿੰਦੇ ਬਹੁਤ ਜਨਮ ਸੇ ਅਸੀਂ ਕਾਫੀ ਦੇਰ ਤੋਂ ਗੁੰਝਲਾਂ ਵਿੱਚ ਪਏ ਹੋਏ ਸੀ ਔਰ ਆਸਤਾ ਆਸਤਾ ਹੀ in somebody said ki it's good to be in confusion, not to be in conclusion, but till all your confusions are removed progressively, I think we'll be able to clear off our confusion, and then by the end of maybe another 10-12 sessions ਸਾਡੇ mostly confusion ਦੂਰ ਹੋ ਜਾਣਗੇ ਸਾਂਝ ਕਰਨ ਦੇ ਨਾਲ। ਬਹੁਤ ਬਹੁਤ ਸੰਗਤ ਦਾ ਧੰਨਵਾਦ ਐਂਡ ਪ੍ਰੋਗਰੈਸਿਵਲੀ ਅਸੀਂ ਅੱਗੇ ਨੂੰ ਹੋਰ ਲੈ ਕੇ ਚੱਲਾਂਗੇ ਕਿ ਹੋਰ ਚੀਜ਼ਾਂ ਅੱਛੀਆਂ ਹੋ ਜਾਣਗੀਆਂ। ਮੈਂ ਖਾਲੀ ਗੁਰਮੀਤ ਵੀਰ ਜੀ ਨੂੰ ਕਹਾਂਗਾ ਕੱਲ ਦੀ ਜੋ ਸਾਂਝ ਚੱਲ ਰਹੀ ਹੈ ਕਿ ਸਾਈਮਲਟੇਨੀਅਸਲੀ ਕਲਾਸਿਸ ਚੱਲ ਰਹੀਆਂ ਉਹਦੇ ਵਿੱਚ ਗੁਰਜੀਤ ਵੀਰ ਜੀ ਕੁਝ ਕਹਿਣਾ ਚਾਹ ਰਹੇ ਜਿਹੜੀ ਕੱਲ ਹੁਣ ਜਪਜੀ ਸਾਹਿਬ ਦੀ ਸੁਣੀਏ ਤੋਂ ਬਾਅਦ ਆਣੀ ਹੈ ਪੌੜੀ, ਉਹਦੇ ਵਿੱਚ ਗੁਰਮੀਤ ਜੀ ਸਾਨੂੰ ਦੱਸਣਗੇ ਅੱਗੇ ਮੰਨਣ ਦੀ ਕਿਸ ਤਰ੍ਹਾਂ ਗੱਲਾਂ ਕਰਨੀਆਂ ਹੈਗੀਆਂ। ਕੱਲ ਦੀ ਉਹਨਾਂ ਦੀ ਕਲਾਸ ਹੈ। ਉਸ ਤੋਂ ਗੁਰਮੀਤ ਜੀ ਦਾ ਪਹਿਲੇ ਜਿਹੜਾ ਗੁਰਜੀਤ ਸਿੰਘ ਜੀ ਗੱਲ ਕਰਨਾ ਚਾਹੁੰਦੇ ਹਨ ਉਹ ਪਲੀਜ਼ ਗੱਲ ਕਰਨ। ਮੈਂ ਤੇ ਖਾਲੀ ਇਹ ਕਹਿ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦੇਵੀ ਦੇਵਤਿਆਂ ਦੀ ਕੋਈ ਮਹਾਨਤਾ ਦਿੱਤੀ ਨਹੀਂ ਜ਼ਿਆਦਾ। ਉਹ ਅਗਰ ਤੁਸੀਂ ਪੜ੍ਹੋ ਸਨਕ ਸਨੰਦ ਮਹੇਸ਼ ਸਮਾਨਾ
ਮੈਨੂੰ ਤੁਕ ਨਹੀਂ ਪੂਰੀ ਯਾਦ ਆ ਰਹੀ, ਤੇਰਾ ਮੇਘ ਨਾ ਜਾਣਾ। ਉਹਨਾਂ ਨੂੰ ਕੋਈ ਸਮਝ ਨਹੀਂ ਆਈ, ਰੱਬ ਨੇ ਇਹ 3 ਪਾਵਰਸ ਕੋਲੋਂ ਕੰਮ ਕਰਾਇਆ, ਲੇਕਿਨ ਉਹਨਾਂ ਨੂੰ ਵੀ ਨਹੀਂ ਪਤਾ ਕਿ ਕ੍ਰੀਏਟਰ ਕੌਣ ਹੈ, ਉਹਨਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ। ਦੇ ਆਰ ਲਾਈਕ ਕਾਮਨ ਮੈਨ। ਗੁਰੂ ਸਾਹਿਬ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ, ਤੋ ਦੇਹੀ ਬਜ ਹਰ ਕੀ ਸੇਵ। ਦੇਵ ਸਾਡੇ ਉਹਨਾਂ ਲਾਈਨ 'ਚ ਲੱਗੇ ਹੋਏ ਆ, ਤੂੰ ਠਾਕਰੋ ਬੈਰਾਗਰੋ ਮੈਂ ਜਿਹੀ ਗਨ ਚੇਰੀ ਰਾਮੋ। ਸਾਡੇ ਵਾਂਗਨ ਉਹ ਵੀ ਨਾ ਦਾਸੀਆਂ ਨੇ, ਤੇ ਦੇਵੀ ਦੇਵਤਾਂ ਦੀ ਕੋਈ ਇੰਪੋਰਟੈਂਸ ਨਹੀਂ ਹੈ। ਦੇ ਆਰ ਜਸਟ, ਜਿਸ ਤਰ੍ਹਾਂ ਵੀਰ ਜੀ ਨੇ ਸਮਝਾਇਆ ਨਾ ਕਿ ਉਹ ਕ੍ਰੀਏਸ਼ਨ 3 ਕ੍ਰੀਏਟਰ ਹੈ ਤੇ ਇੱਕ ਕ੍ਰੀਏਸ਼ਨ ਹੈ ਤੇ ਇੱਕ ਡਿਸਟਰੋਇਰ ਹੈ, ਉਹ ਸਮਝਾਉਣ ਵਾਲੀ ਗੱਲ ਹੈ। ਖਾਲੀ ਇੱਕ ਪਰਮਾਤਮਾ ਹੀ ਹੈ, ਬਸ ਤੂੰ ਹੀ ਹੈ, ਤੂੰ ਹੀ ਹੈ। ਆਪਾਂ ਜ਼ਿਆਦਾ ਕਨਫਿਊਜ਼ਨ ਵਿੱਚ ਨਾ ਜਾਈਏ, ਬਸ ਉਹਨੂੰ ਤੂੰ ਹੀ ਕਰੀਏ, ਉਹ ਸੱਚਾ ਪਾਤਸ਼ਾਹ ਹੈ। ਬਸ ਕੋਈ ਦੇਵੀ ਦੇਵਤਿਆਂ ਦੀ ਕੋਈ ਇੰਪੋਰਟੈਂਸ ਨਹੀਂ ਹੈ। ਅਸੀਂ ਪੜ੍ਹਨਾ ਹੈ ਵਾਲੀ ਤੁਕ कि मैनू बड़ा कन्फ्यूजन होया। मैं किसी महापुरुषों को पूछा, मैं कहा ये क्या मतलब है इसका? वो कहने तुसी इन्हां चक्रां च ना पो, इहदा अंत कोई नहीं पा सकिया। उन्होंने नहीं पता जिहड़े क्रिएटर असीं कहंदे पे आ, किसी नूं कुछ नहीं पता। ते आपां एक रब वल ध्यान रखिए। वाहिगुरू जी का खालसा, वाहिगुरू जी की फतेह। बस बड़ी सोहनी अंकल जी ने गल कही है। इको पंक्ति है उस शब्द विच भगत कबीर जी दा, जिहदे विच तुसीं कहा सनक सनंद मेष समाना, शेख नाग ते मरम ना जाना। रहाओ दी पंक्ति है कि संत संगत राम हृदय बसाई रहाओ। हनुमान सर गरुड़ समाना, सुरपत नरपत नहीं गुण जाना। पर आखिर विच भगत कबीर जी कहते ने, कह कबीर सो भरमै नाही, ओ भरमा च नहीं पैंदा कौन? पगलग राम रह शरनाई। जिहड़ा एक रमी हुई विचारधारा नूं समझ लैंदा है, वो इन्हां दे भरमां विच नहीं पैंदा जी। थैंक यू जी। वाहिगुरु जी का खालसा, वाहिगुरु जी की फतेह। कारा दुबई तो बीबी मनदीप कौर जी लगाणगे ते उन्हां दी बच्चियां नाल। बोले सोनिहा वाहिगुरु जी का खालसा, वाहिगुरु जी की फतेह।